देश दुनिया च वसदे पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी। मैं जी आया। बहुत बहुत शुक्रिया रंधावा जी। साਰਿਆਂ ਨੂੰ सत श्री अकाल जी। एक अहम दिन की सवेर च खड़े आ। अज उस केस दे विच भी सुनवाई आ जिहदे विच टिकटां दी खरीद वेच का मामला सामने आउणा है। अहम व्यक्ति और वड्डे पैसे किदां टिकटां दीयां बोलियां लगदियां ने, सुन के सिर चकरा जांदा है। दूजा सवाल, टिकटां मिलण तो बाद साडे पॉलिटिशियन, सौंवां चुकण तो बाद साडे ब्यूरोक्रेट की करदे आ? ये मामला भी कोई घट अहम नहीं। मनप्रीत बादल के खिलाफ जांच ते जांच की पुख्तगी ते तत्थां समेत चीज़ां जिहड़ियां नितर के सामने आ रही ने, वो साडा विश्वास डगमगाउंदियां ने इन्हां लोकां तो। संजय पोपली वर्गे केसिस दे विच जिथे हाईकोर्ट एक साफ कर रही है कि जो कुछ घरों मिलता है तुहाडे, उहदे तो बाद किरदारां दा की करिए, ते इहदे नाल दी नाल ही अमरूदां दे मामले दे विच एक साबका PCS नूं जदों धर लिया जांदा है, विश्वास किते बचूगा? अगला सवाल, अज मानसे दे विच भी इकट्ठ आ। परमिंदर सिंह झोटा ਉਹਦੇ ਸਮਰਥਨ ਦੇ ਵਿੱਚ ਲੋਕ ਅੱਗੇ ਆ ਰਹੇ ਆ। ਅਸੀਂ ਪਰਮਿੰਦਰ ਸਿੰਘ ਝੋਟੇ ਦੀ ਕਾਰਜਸ਼ੈਲੀ ਨੂੰ ਬਿਲਕੁਲ ਐਪਰੀਸ਼ੀਏਟ ਨਹੀਂ ਕਰਦੇ, ਪਰ ਕੀ ਪੁਲਿਸ ਪ੍ਰਸ਼ਾਸਨ ਸਰਕਾਰ ਇਸ ਗੱਲ ਦੇ ਉੱਤੇ ਕਦੇ ਕੋਈ ਤਰਕ ਦੇਊਗੀ ਕਿ ਜੇ ਹਜ਼ਾਰਾਂ ਝੋਟੇ, ਜੇਕਰ ਸਿਸਟਮ ਨਾਕਾਮ ਹੁੰਦਾ ਹੈ, ਸਿਸਟਮ ਫੇਲ ਹੁੰਦਾ, ਨਸ਼ਿਆਂ ਤੇ ਨੱਥ ਨਹੀਂ ਪੈਂਦੀ, ਘਰਾਂ ਦੇ ਘਰ ਤਬਾਹ ਹੁੰਦੇ ਆ, ਲੋਕਾਂ ਦੇ ਨੌਜਵਾਨ ਪੁੱਤ ਮਰਦੇ ਰਹਿੰਦੇ ਆ, ਤੇ ਫਿਰ ਜੇ 100 ਨਹੀਂ 200 ਨਹੀਂ ਹਜ਼ਾਰਾਂ ਝੋਟੇ ਖੜੇ ਹੋ ਜਾਣਗੇ, फिर सिस्टम के कलैप्स होने का डर, अनारकी का डर की फेस करांगे असीं? संजीदगी की गल आ, एक झोटा फड़ के अंदर देण नाल फर्क नहीं पैंदा। इस मसले नूं डील करन दा, हैंडल करन दा तरीका कोई कानून हत्थ च लवे उहनूं हरगिज इजाजत नहीं दित्ती जा सकदी, लेकिन जे कानून अपना काम ना करे, लोग ये सवाल पुछण लग जाणगे, फिर तुसीं कित्थे भज के जाओगे? अगला सवाल भी अहम आ कि प्रधानमंत्री की संसद दे विच देश ਦੀਆਂ ਘਟਨਾਵਾਂ ਦੇ ਉੱਤੇ, ਮਨੀਪੁਰ ਦੇ ਮਾਮਲੇ 'ਚ ਕੀ ਕੋਈ ਸਟੇਟਮੈਂਟ ਦੇਣਗੇ, ਕੋਈ ਬਿਆਨ ਦੇਣਗੇ? ਕੀ ਸੰਸਦ ਚੱਲ ਸਕੂਗੀ ਕਿ ਨਹੀਂ? ਪ੍ਰਧਾਨ ਮੰਤਰੀ ਦੇ ਉਸ ਬਿਆਨ ਨੂੰ ਵੀ ਧਿਆਨ ਚਲਾਉਂਦੇ ਆ ਜਿੱਥੇ ਉਹ ਪ੍ਰਕਾਸ਼ ਸਿੰਘ ਬਾਦਲ ਦੇ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਵਾਰਸ ਵਜੋਂ ਸੁਖਦੇਵ ਸਿੰਘ ਢੀਂਡਸਾ ਦੇ ਗੱਲ ਕਰਦੇ ਨੇ। ਸਵਾਲ ਹੋਰ ਵੀ ਬਹੁਤ ਸਾਰੇ ਨੇ, ਮੈਂ ਆਪਣਾ ਸਮਾਂ ਘਟਾ ਲੈਣਾ, ਆਪਾਂ ਅੱਗੇ ਨਹੀਂ ਵੱਧਦੇ। ਮੈਂ ਸਭ ਤੋਂ ਪਹਿਲਾਂ ਭਾਸਕਰ ਸਾਹਿਬ ਸਮਝਣਾ ਚਾਹੁੰਦਾ ਉਸ ਕੇਸ ਦੀ ਸੁਣਵਾਈ ਬਾਰੇ ਜਿਹਦੇ ਵਿੱਚ ਰਸੂਖਦਾਰ ਅਹਿਮ ਲੋਕ ਟਿਕਟਾਂ ਦੇ ਲਾਲਚ ਵਿੱਚ ਨੌਸਰਬਾਜ਼ਾਂ ਨੂੰ ਪੈਸੇ ਫੜਾ ਦਿੰਦੇ ਨੇ। ਇਹਦੇ ਵਿੱਚ ਕਾਫੀ ਅਹਿਮ ਨਾਮ ਨੇ। ਕੱਲ ਤੋਰਿਓ ਜ਼ਰਾ ਕਿਵੇਂ ਅਸੀਂ ਦੇਖੀਏ ਇਸ ਸਾਰੇ ਮਾਮਲੇ ਨੂੰ। ਜਦੋਂ ਤੁਸੀਂ ਟਿਕਟਾਂ ਖਰੀਦ ਕੇ ਲਓਗੇ, ਕੱਲ ਨੂੰ ਉਹਨਾਂ ਦਾ ਮੁੱਲ ਵੀ ਵਟੋਗੇ। ਤੁਸੀਂ ਅਸੈਂਬਲੀਆਂ 'ਚ, ਤੁਸੀਂ ਵਿਧਾਨ ਸਭਾਵਾਂ ਦੇ ਵਿੱਚ, ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਲੋਕਾਂ ਦੇ ਹੱਕ 'ਚ ਕਿਵੇਂ ਖੜੋਗੇ? ਜਦੋਂ ਤੁਹਾਡਾ ਧਿਆਨ ਇਸ ਗੱਲ ਤੇ ਰਹੂਗਾ ਕਿ ਤੁਹਾਡੀ ਇਨਵੈਸਟਮੈਂਟ ਲੱਗੀ ਆ, ਇਹਨੂੰ ਇੱਕ ਬਿਜ਼ਨਸ ਵਾਂਗ ਡੀਲ ਕੀਤਾ ਜਾਊਗਾ, ਤੁਸੀਂ ਆਪਣੇ ਅਹੁਦੇ ਦੀ ਦੁਰਵਰਤੋਂ ਵੀ ਕਰੋਗੇ। ਔਰ ਇਹ ਮਾਮਲੇ ਅਸੀਂ ਦੇਖ ਵੀ ਰਹੇ ਹਾਂ। ਇਸ ਕੇਸ ਦੀ ਸੁਣਵਾਈ ਤੋਂ ਕੱਲ ਤੋਰਿਓ। 2022 ਦੀ ਚੋਣਾਂ ਤੋਂ ਪਹਿਲੇ ਜਿਹੜਾ ਕੇਸ ਚੱਲਦਾ ਪਿਆ ਸੀ, ਔਰ 2021 ਦੇ ਵਿੱਚ ਡੇਲੋ ਥਾਣੇ ਦੇ ਵਿੱਚ ਇੱਕ ਕੰਪਲੇਂਟ ਦਰਜ ਕੀਤੀ ਗਈ ਸੀ। ਔਰ ਉਹ ਵੀ ਕੰਪਲੇਂਟ ਕਿਹਨੇ ਦਰਜ ਕੀਤੀ ਸੀ? ਕੁਲਵੰਤ ਸਿੰਘ ਸਿੱਧੂ ਹੋਣਾ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਆਤਮਨਗਰ ਦੇ MLA ਨੇ ਤੇ ਪਹਿਲੇ ਕਾਂਗਰਸ ਦੇ ਵਿੱਚ ਹੁੰਦੇ ਸੀ। ਟਿਕਟ ਲੈਣ ਵਾਸਤੇ ਉਹ ਨੌਸਰਬਾਜ਼ਾਂ ਦੇ ਜਾਲ ਵਿੱਚ ਫਸ ਕੇ 2 ਕਰੋੜ 56 ਲੱਖ ਰੁਪਏ ਉਹ ਦੇ ਚੁੱਕੇ ਸੀ। ਉਹਨਾਂ ਨੇ ਇਹ ਗੱਲ ਐਡਮਿਟ ਕੀਤੀ ਹੈ। ਔਰ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ 11 ਮਈ 2021 ਨੂੰ ਇਹ ਕੰਪਲੇਂਟ ਦਰਜ ਹੋਈ ਸੀ। ਉਸ ਤੋਂ ਬਾਅਦ ਕਈ ਕਾਂਗਰਸੀ ਅੱਗੇ ਆਏ ਜਿਨ੍ਹਾਂ ਨੇ ਇਹ ਮੰਨਿਆ ਕਿ ਹਾਂ ਠੱਗੀ ਸਾਡੇ ਨਾਲ ਵੀ ਹੋਈ ਹੈ। ਇਹ ਇਨਵੈਸਟੀਗੇਸ਼ਨ 2 ਸਾਲ ਤੱਕ ਚੱਲੀ ਤੇ ਅੱਜ ਲੁਧਿਆਣੇ ਦੀ ਕੋਰਟ ਦੇ ਵਿੱਚ ਇਹਦੀ ਇੱਕ ਹੀਅਰਿੰਗ ਹੈਗੀ ਹੈ। ਔਰ ਇਸ 2 ਸਾਲ ਦੀ ਇਨਵੈਸਟੀਗੇਸ਼ਨ ਦੇ ਵਿੱਚ 3 ਨੌਸਰਬਾਜ਼ ਫੜੇ ਗਏ। ਔਰ ਉਹ ਨੌਸਰਬਾਜ਼ ਕੌਣ ਸੀਗੇ? ਰਾਕੇਸ਼ ਕੁਮਾਰ, ਰਜਤ ਕੁਮਾਰ ਤੇ ਗੌਰਵ ਸ਼ਰਮਾ। ਔਰ ਇਹਨਾਂ ਦਾ ਮੋਡਸ ਆਪਰੈਂਡੀ ਵੀ ਕੀ ਹੁੰਦਾ ਸੀਗਾ? ਤੁਹਾਨੂੰ ਯਾਦ ਹੋਏਗਾ 2022 ਤੋਂ ਪਹਿਲੇ ਪ੍ਰਸ਼ਾਂਤ ਕਿਸ਼ੋਰ ਉਹਨਾਂ ਇੱਕ ਸਰਵੇ ਕਰਦੇ ਸੀਗੇ। ਉਸ ਸਰਵੇ ਦੇ ਨਾਂ ਤੇ ਗੌਰਵ ਸ਼ਰਮਾ ਜਿਹੜਾ ਕੀ ਅਕਿਊਜ਼ਡ ਹੈ, ਉਹ ਇਹਨਾਂ ਟਿਕਟ ਸੀਕਰਸ ਨੂੰ ਫੋਨ ਕਰਦਾ ਸੀ, ਫੋਨ ਆਵਾਜ਼ ਕਰਦਾ ਸੀ। ਉਹ ਆਵਾਜ਼ ਆਪਣੀ ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਦੇ ਵਿੱਚ ਫੋਨ ਕਰਦਾ ਸੀ ਔਰ ਬਕਾਇਦਾ ਕਹਿੰਦਾ ਸੀਗਾ ਵੀ ਤੁਹਾਡੇ ਏਰੀਆ ਦੇ ਵਿੱਚ ਸਰਵੇ ਕਰਾਇਆ ਜਾ ਰਿਹਾ ਔਰ ਤੁਹਾਡੀ ਪੋਜੀਸ਼ਨ ਆ ਰਹੀ ਹੈ ਚੰਗੀ, ਇਹਨੂੰ ਹੋਰ ਚੰਗੀ ਕਰਨ ਵਾਸਤੇ ਕੁਝ ਪੈਸੇ ਤੁਹਾਨੂੰ ਦੇਣੇ ਪਏ ਤਾਂ ਕਿ ਤੁਹਾਡੀ ਟਿਕਟ ਨੂੰ ਪੱਕੀ ਕਰ ਦਿੱਤੀ ਜਾਏ। ਫਿਰ ਕਾਂਗਰਸੀਆਂ ਨੂੰ ਜਦ ਤੁਹਾਨੂੰ ਪਤਾ ਕਿਸੇ ਵੀ ਟਿਕਟ ਸੀਕਰ ਨੂੰ ਇਦਾਂ ਦੇ ਫੋਨ ਆਉਂਦੇ ਨੇ ਤੇ ਫਿਰ ਹੋਰ ਜ਼ਿਆਦਾ ਐਂਥੂਸੀਆਸਟਿਕ ਹੋ ਜਾਂਦਾ ਹੈ, ਉਹ ਕੁਝ ਲੱਖਾਂ ਰੁਪਏ ਦੇਣ ਨੂੰ ਤਿਆਰ ਹੋ ਜਾਂਦਾ। ਪਰ ਕੁਲਵੰਤ ਸਿੰਘ ਸਿੱਧੂ ਉਹਨਾਂ ਦਾ 2 ਕਰੋੜ 56 ਲੱਖ ਰੁਪਏ ਖਰਚਣਾ ਇਹ ਇੱਕ ਬੜੀ ਅਜੀਬ ਜੀ ਗੱਲ ਹੈ। ਔਰ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ, ਉਹ ਕਹਿੰਦੇ ਨੇ ਰਾਹੁਲ ਗਾਂਧੀ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਕੋਈ ਅਭਿਸ਼ੇਕ ਭਾਰਦਵਾਜ ਨਾਂ ਦਾ ਵਿਅਕਤੀ ਉਹਨਾਂ ਨੂੰ ਫੋਨ ਕਰਦਾ ਹੈ
ਔਰ ਇਹ ਗੱਲ ਕਹਿੰਦਾ ਹੈ ਕਿ ਵੀ ਤੁਸੀਂ, ਤੁਹਾਡੀ ਸਰਵੇ ਚੱਲ ਰਿਹਾ, ਤੁਸੀਂ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਤੁਹਾਨੂੰ ਕੋਈ ਕੰਟੈਕਟ ਕਰੇਗਾ, ਉਹਨੂੰ 8 ਲੱਖ ਰੁਪਏ ਦੇ ਦੇਣਾ, ਔਰ ਉਹ 8 ਲੱਖ ਰੁਪਏ ਉਸ ਟੀਮ ਦੇ ਇੱਕ ਮੈਂਬਰ ਨੂੰ ਦੇ ਦਿੰਦੇ ਨੇ। ਉਸ ਤੋਂ ਬਾਅਦ ਫੇਰ ਇੱਕ ਉਸ ਤਰ੍ਹਾਂ ਦਾ ਹੀ, ਜਿਸ ਤਰ੍ਹਾਂ ਭਾਰਦਵਾਜ ਉਹਨਾਂ ਦਾ ਫੋਨ ਆਉਂਦਾ ਹੈ ਕਿ ਵੀ ਟਿਕਟ ਤੇ ਤੁਹਾਡਾ ਸਰਵੇ ਤਾਂ ਬਹੁਤ ਵਧੀਆ ਹੋ ਗਿਆ, ਹੁਣ ਟਿਕਟ ਅਗਰ ਤੁਸੀਂ ਲੈਣੀ ਹੈ ਤੇ 4 ਕਰੋੜ ਰੁਪਏ ਤੁਹਾਡੇ ਲੱਗਣਗੇ, 2 ਕਰੋੜ 56 ਲੱਖ ਤੇ ਇਹ ਡੀਲ ਪੱਕੀ ਹੁੰਦੀ ਹੈ। ਔਰ ਦਿੱਲੀ ਦੀ ਵੱਖ-ਵੱਖ ਜਗ੍ਹਾ ਦੇ ਵਿੱਚ ਵੱਖ-ਵੱਖ ਟਾਈਮ ਤੇ ਇਹ 2 ਕਰੋੜ 56 ਲੱਖ ਰੁਪਏ ਕੁਲਵੰਤ ਸਿੰਘ ਸਿੱਧੂ ਉਹਨਾਂ ਦੇ ਕੇ ਆਉਂਦੇ ਨੇ, ਔਰ ਆਪਣੀ ਸਟੇਟਮੈਂਟ ਦੇ ਵਿੱਚ ਇਸ ਗੱਲ ਨੂੰ ਕਨਫੈਸ ਵੀ ਕਰਦੇ ਨੇ। ਜਦ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਕਈ ਕਾਂਗਰਸੀ ਹੋਰ ਵੀ ਅੱਗੇ ਆਏ, ਉਹਨਾਂ ਨੇ ਵੀ ਦੱਸਿਆ ਕਿ ਵੀ ਉਹਨਾਂ ਦੇ ਨਾਲ ਵੀ ਇਸ ਤਰੀਕੇ ਦੀ ਠੱਗੀ ਵੱਜੀ ਹੈ। ਜਿਨ੍ਹਾਂ ਦੇ ਨਾਲ ਠੱਗੀ ਵੱਜੀ ਹੈ ਉਹਨਾਂ ਦੇ ਨਾਂ ਵੀ ਹੁਣ ਸਾਹਮਣੇ ਆ ਚੁੱਕੇ ਨੇ। ਔਰ ਰਾਜਸਥਾਨ, ਬਿਹਾਰ, ਹਰਿਆਣਾ, ਪੰਜਾਬ, ਇਹਨਾਂ 4 ਸੂਬਿਆਂ ਦੇ ਵਿੱਚ ਇਹਨਾਂ ਨੌਸਰਬਾਜ਼ੀਆਂ ਨੇ ਏਦਾਂ ਦੀ ਠੱਗੀ ਮਾਰੀ ਸੀ। ਔਰ ਇਸ ਠੱਗੀ ਦੇ ਰਾਹੀਂ 30 ਕਰੋੜ ਕਮਾਨ ਦੀ ਮਤਲਬ ਇੱਕ ਤਰੀਕੇ ਨਾਲ ਲੈਣ ਦੀ ਗੱਲ ਵੀ ਇਹਨਾਂ ਨੇ ਮੰਨੀ ਹੈ। ਔਰ ਇਹ ਵੀ ਗੱਲ ਕੀਤੀ ਹੈ ਕਿ 30 ਕਰੋੜ ਰੁਪਏ ਅਸੀਂ ਜੂਏ 'ਚ ਹਾਰ ਗਏ, ਹੁਣ ਸਾਡੇ ਕੋਲ ਕੱਖ ਨਹੀਂ ਹੈਗਾ, ਰਿਕਵਰੀ ਦੀ ਗੱਲ ਭੁੱਲ ਜਾਓ। ਔਰ ਜਿਨ੍ਹਾਂ ਕਾਂਗਰਸੀਆਂ ਦੇ ਨਾਲ ਇਹ ਠੱਗੀ ਵੱਜੀ ਸੀ ਉਹਨਾਂ ਦੇ ਨਾਂ ਵੀ ਉਜਾਗਰ ਹੋਏ ਨੇ। ਅਜਾਇਬ ਸਿੰਘ ਦਿੜਬਾ, ਇਹ ਸੰਗਰੂਰ ਤੋਂ ਨੇ, ਇਹਨਾਂ ਤੋਂ 7 ਲੱਖ ਰੁਪਏ ਇਹ ਕਹਿ ਕੇ ਲਿੱਤੇ ਗਏ ਕਿ ਵੀ ਤੁਹਾਨੂੰ ਸਰਵੇ ਦੇ ਵਿੱਚ ਉੱਤੇ ਦਿਖਾਇਆ ਜਾਏਗਾ। ਰਣਜੀਤ ਸਿੰਘ ਭੱਟੀ, ਇਹ 5 ਲੱਖ ਰੁਪਏ ਦੇ ਠੱਗੀ ਦੇ ਸ਼ਿਕਾਰ ਬਣੇ। ਸੁਰਜੀਤ ਹਰਾ ਸਾਨੇਵਾਲ, ਇਹਨਾਂ ਦੇ ਨਾਲ 2.5 ਲੱਖ ਦੀ ਵੱਜੀ ਠੱਗੀ। ਔਰ ਦਲਜੀਤ ਸਿੰਘ ਆਲੂਵਾਲੀਆ, ਜਿਹੜੇ ਜਲੰਧਰ ਦੇ ਸਾਡੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਹੁੰਦੇ ਸੀ, ਇਹਨਾਂ ਨੇ ਵੀ 7 ਲੱਖ ਗਵਾਏ ਇਸ ਸਰਵੇ ਦੇ ਚੱਕਰ ਵਿੱਚ। ਜਗਦੀਸ਼ ਰਾਜਾ, ਜਿਹੜੇ ਸਾਡੇ ਜਲੰਧਰ ਤੋਂ ਹੀ ਮੇਅਰ ਹੁੰਦੇ ਸੀਗੇ, ਉਹਨਾਂ ਨੇ ਵੀ 4 ਲੱਖ ਰੁਪਏ ਇਸ ਗੱਲ ਦੇ ਦਿੱਤੇ ਕਿ ਮੈਨੂੰ ਟਿਕਟ ਪੱਕੀ ਮਿਲ ਜੂਗੀ। ਅਸ਼ਵਨੀ ਸ਼ੇਖਰੀ, ਜਿਹੜੇ ਪਿੱਛੇ ਭਾਜਪਾ ਦੇ ਵਿੱਚ ਗਏ ਨੇ, 2.5 ਲੱਖ ਦੀ ਠੱਗੀ ਉਹਨਾਂ ਤੋਂ ਵੀ ਵੱਜੀ। ਇਹ ਤੇ ਉਹ ਲੋਕ ਨੇ ਜਿਨ੍ਹਾਂ ਦੇ ਨਾਲ ਠੱਗੀ ਵੱਜ ਗਈ, ਔਰ ਇਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਹਿ ਵੀ ਦਿੱਤਾ ਪੁਲਿਸ ਨੂੰ। ਹੁਣ ਦੂਜੇ ਲੋਕ ਨੇ ਜਿਨ੍ਹਾਂ ਦੇ ਨਾਲ ਠੱਗੀ ਦੀ ਗੱਲਬਾਤ ਚੱਲੀ ਸੀ, ਬਚਾਅ ਹੋ ਗਿਆ, ਉਹਨਾਂ ਨੇ ਕੋਈ ਪੈਸੇ ਪੂਸੇ ਨਹੀਂ ਦਿੱਤੇ। ਜਿਨ੍ਹਾਂ ਦੇ ਨਾਂ ਆਪਾਂ ਕਹੀਏ ਤੇ ਕਮਲਜੀਤ ਸਿੰਘ ਕਰਵਲ, ਲੁਧਿਆਣੇ ਦੇ ਵਿੱਚੋਂ ਟਿਕਟ ਮੰਗਦੇ ਸੀਗੇ, ਪਰ ਇਹਨਾਂ ਦੇ ਨਾਲ ਵੀ ਸਰਵੇ ਦੇ ਮਾਮਲੇ ਦੇ ਵਿੱਚ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੈਸੇ ਨਹੀਂ ਦਿੱਤੇ। ਹੁਣ ਸੰਜੇ ਤਲਵਾੜ, ਜਿਹੜੇ ਐਕਸ MLA ਸੀਗੇ ਲੁਧਿਆਣੇ ਦੇ, ਇਸ ਤਰ੍ਹਾਂ ਹੀ ਸਤਵਿੰਦਰ ਕੌਰ ਬਿੱਟੀ, ਫਿਰ MP ਡਾਕਟਰ ਅਮਰ ਸਿੰਘ, ਉਹਨਾਂ ਨੂੰ ਵੀ ਇਸ ਠੱਗੀ ਦੇ ਬਾਰੇ 'ਚ WhatsApp ਕਾਲ ਕਈ ਵਾਰ ਆਈ, ਪਰ ਉਹ ਇਸ ਠੱਗੀ ਦੇ ਸ਼ਿਕਾਰ ਨਹੀਂ ਬਣੇ। ਦਮਨ ਬਾਜਵਾ, ਜਿਹੜੀ ਕਾਂਗਰਸ ਨੂੰ ਛੱਡ ਕੇ ਹੁਣ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਈ ਆ, ਉਹਨਾਂ ਨੂੰ ਵੀ ਏਦਾਂ ਦੇ WhatsApp ਕਾਲ ਆਏ ਸੀ, ਔਰ ਤਕਰੀਬਨ WhatsApp ਕਾਲ ਆਉਂਦੇ ਸੀ। ਔਰ ਇਹ ਵੀ ਗੱਲ ਸਾਹਮਣੇ ਆਈ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ, ਜਦ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਕਨਫਲਿਕਟ ਚੱਲ ਰਹੀ ਸੀ, ਔਰ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਮਗਰ ਇੱਕ ਤਰੀਕੇ ਨਾਲ ਪੂਰਾ ਇੱਕ ਪੋਲੀਟੀਕਲ ਟਸਲ ਚੱਲ ਰਿਹਾ ਸੀ। ਉਹਨਾਂ ਦਿਨਾਂ ਦੇ ਵਿੱਚ ਇਹ ਨੌਸਰਬਾਜ਼ WhatsApp ਮੈਸੇਜ ਦੇ ਵਿੱਚ ਕੁਝ ਏਦਾਂ ਦੀ ਮੀਟਿੰਗਸ ਦੀ ਫੋਟੋ ਭੇਜਦੇ ਸੀ, ਜਿਹੜੀ ਪ੍ਰਸ਼ਾਂਤ ਕਿਸ਼ੋਰ ਦੀ ਔਰ ਰਾਹੁਲ ਗਾਂਧੀ ਉਹਨਾਂ ਦੀ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਵਿੱਚ ਹੁੰਦੇ ਸੀ। ਇਹਨਾਂ ਮੀਟਿੰਗਾਂ ਦੀ ਫੋਟੋ ਭੇਜ ਕੇ ਉਹ ਆਪਣੇ ਸੋ ਕਾਲਡ, ਜਿਹਨੂੰ ਕਹਿੰਦੇ ਆ ਵੀ ਟਾਰਗੇਟ ਕਹਿ ਲਓ, ਉਹਨਾਂ ਨੂੰ ਵਿਸ਼ਵਾਸ ਦਿਲਾਉਂਦੇ ਸੀ ਵੀ ਸਾਨੂੰ ਸਾਰੀ ਅੰਦਰ ਖਾਤੇ ਦੀ ਗੱਲ ਕਰ ਰਹੀ ਹੈ, ਔਰ ਇਹ ਜਿਹੜੀ ਮੀਟਿੰਗ ਦੀ ਫੋਟੋ ਭੇਜ ਰਿਹਾ, ਇਸ ਮੀਟਿੰਗ ਦੇ ਵਿੱਚ ਚਰਚਾ ਵੀ ਤੁਹਾਡੀ ਚੱਲ ਰਹੀ ਹੈ। ਇਹ ਸਾਰੀ ਗੱਲਾਂ ਦੇ ਨਾਲ ਜਿਹੜੀ ਠੱਗੀ ਵੱਜੀ ਸੀਗੀ, ਉਹਦੇ ਉੱਤੇ ਅੱਜ ਲੁਧਿਆਣਾ ਕੋਰਟ ਦੇ ਵਿੱਚ ਹੀਅਰਿੰਗ ਹੈ। ਹੀਅਰਿੰਗ ਤੋਂ ਬਾਅਦ ਕੁਝ ਹੋਰ ਨਾਮ ਵੀ ਸਾਹਮਣੇ ਆ ਸਕਦੇ ਨੇ, ਪਰ ਚਲੋ ਅੱਜ ਹੀਅਰਿੰਗ ਦੇ ਵਿੱਚ ਕੀ ਹੁੰਦਾ ਇਹਦੇ ਉੱਤੇ ਵੀ ਸਾਡੀ ਨਜ਼ਰ ਬਣੀ ਰਹੇਗੀ। ਕੀ ਪੁਲਿਸ ਇਹਦੇ ਵਿੱਚ ਸਪਲੀਮੈਂਟਰੀ ਵੀ ਕੁਝ ਐਡ ਕਰੂਗੀ ਕਿ ਅਦਾਲਤੀ ਸੁਣਵਾਈ ਦੌਰਾਨ ਇਸ ਕੇਸ ਨੂੰ ਥੋੜਾ ਜਿਹਾ ਸਪੀਡ ਅਪ ਕਰਨ ਦਾ ਵੀ ਯਤਨ ਹੋਊਗਾ, ਕਿਉਂਕਿ ਬਹੁਤ ਅਹਿਮ ਮਾਮਲਾ ਹੈ, ਔਰ ਇਹ ਪੋਲੀਟੀਸ਼ੀਅਨਸ ਦੀ ਸਾਈਕੀ ਦਾ ਵੀ ਹੈ ਕਿ ਤੁਸੀਂ ਕੋਈ ਟਿਕਟ ਲੈਣ ਲਈ, ਪੈਸੇ ਦੇਣ ਲਈ ਕਿਵੇਂ ਰੈਡੀ ਹੋ ਜਾਂਦੇ ਹੋ। ਪੰਜਾਬੀਓ ਸਮਝੋ ਜ਼ਰਾ, ਕਿਉਂ ਸੱਤਾ ਦੇ ਮਗਰ ਭੱਜਨੇ ਹੋ? ਹੁਣ ਤਾਂ ਜਦੋਂ ਦੇ ਵਰਿੰਦਰ ਕੁਮਾਰ ਇਸ ਵਿਜੀਲੈਂਸ ਦੇ ਚੀਫ ਬਣਿਆ, ਮੈਨੂੰ ਨਹੀਂ ਲੱਗਦਾ ਵੀ ਸਿਆਸਤ ਦੇ ਵਿੱਚ ਕੋਈ ਬਹੁਤਾ ਫਾਇਦੇ ਵਾਲਾ ਕੰਮ ਆ। ਹੁਣ ਸਾਡੇ ਸਿਆਸਤਦਾਨ ਪਹਿਲਾਂ ਜਿੱਦਾਂ ਇੰਦਰਪ੍ਰੀਤ ਜੀ ਟਿਕਟਾਂ ਲੈਣ ਲਈ ਮਾਰਾਮਾਰੀ ਕਰਦੇ ਆ, ਪਹਿਲਾਂ ਪੈਸੇ ਖਰਚਦੇ ਆ, ਪਹਿਲਾਂ ਇਨਵੈਸਟਮੈਂਟ ਕਰਦੇ ਆ, ਫਿਰ ਪੈਸੇ ਰਿਕਵਰ ਕਰਨ ਲਈ ਗਲਤ ਕੰਮਾਂ 'ਚ ਫਸ ਸਕਦੇ ਨੇ, ਔਰ ਉਹ ਫਸਣ ਦੇ ਦੌਰਾਨ ਫਿਰ ਕੋਰਟਾਂ ਕਚਹਿਰੀਆਂ ਦੇ ਵਿੱਚ ਕੀ ਨਹੀਂ ਝੱਲਣਾ ਪੈਂਦਾ, ਰਸਵਾਈਆਂ, ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ 'ਚ ਭ੍ਰਿਸ਼ਟ ਖਵਾਉਂਦੇ ਨੇ। ਹੁਣ ਸਾਰੇ ਪੋਲੀਟੀਸ਼ੀਅਨ ਲਗਭਗ ਇਸੇ ਡਰ 'ਚ ਰਹਿੰਦੇ ਆ ਕੋਈ ਪੁਰਾਣਾ ਕੇਸ ਨਾ ਖੁੱਲ ਜੇ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਜੇ ਮਨਪ੍ਰੀਤ ਬਾਦਲ ਵਰਗੇ ਬਹੁਤ ਇਮਾਨਦਾਰ ਕਹੇ ਜਾਂਦੇ, ਕਿਉਂਕਿ ਮਾਮਲਾ ਤਾਂ ਉਲਝ ਗਿਆ, ਜਿੱਦਾਂ ਦੇ ਤੱਥ ਸਾਹਮਣੇ ਆ ਰਹੇ ਆ ਕਿ ਉਹਨਾਂ ਨੇ ਬਠਿੰਡੇ ਦੇ ਵਿੱਚ ਉਹ ਪਲਾਟ ਜਿਹੜੇ ਕਮਰਸ਼ੀਅਲ ਸੀ ਉਹਨਾਂ ਨੂੰ ਰਿਹਾਇਸ਼ੀ 'ਚ ਤਬਦੀਲ ਕਰਾਇਆ, ਫਿਰ ਉਹ ਪਲਾਟ ਜਿਹੜੇ 300 ਗਜ ਦੇ ਸੀ ਉਹਨਾਂ ਨੂੰ 1500 ਗਜ ਤੋਂ ਵੀ ਵੱਧ ਇਕੱਠੇ ਕਰਕੇ ਵੱਡੀ ਕੋਠੀ ਬਣਾਉਣ ਲਈ, ਵੱਡੇ ਪ੍ਰਭਾਵ ਬਣਾਉਣ ਲਈ। ਵੱਡੇ ਬੰਦੇ ਤਾਂ ਇਹ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਕਿ ਉਹ ਕਿੱਥੇ ਰਹਿ ਰਹੇ ਆ। ਮਮਤਾ ਬੈਨਰਜੀ ਬਾਰੇ ਜ਼ਿਕਰ ਹੁੰਦਾ ਸੀ ਵੀ ਉਹ ਤਾਂ ਛੋਟੇ ਜਿਹੇ ਘਰ 'ਚ ਰਹਿੰਦੇ ਆ, ਚੱਪਲਾਂ ਪਾਉਂਦੇ ਆ, ਇੱਕ ਛੋਟੀ ਜਿਹੀ ਕਾਰ ਵਰਤਦੇ ਆ। ਸਵਾਲ ਇਸ ਗੱਲ ਦਾ ਕਿ ਜੇ ਤੁਸੀਂ ਵੱਡੇ ਹੋ ਜਾਂਦੇ ਹੋ, ਤੁਸੀਂ ਪਾਇਆ ਕੀ ਹੁੰਦਾ? ਹੁਣ ਮੁਕੇਸ਼ ਅੰਬਾਨੀ ਦੀ ਕਦੇ ਤੁਸੀਂ ਸ਼ਰਟ ਦੇਖੋਗੇ, ਉਹਦੀ ਪੈਂਟ ਦੇਖੋਗੇ, ਕੋਈ ਫਰਕ ਪੈਂਦਾ?
ਵੱਡੇ ਬੰਦੇ ਸਾਧਾਂ ਵਰਗੇ ਹੋ ਜਾਂਦੇ ਆ, ਉਹ ਦਿਖਾਵਾ ਨਹੀਂ ਕਰਦੇ ਕਿਉਂਕਿ ਲੋਕ ਉਹਨਾਂ ਨੂੰ ਦੇਖ ਰਹੇ ਹੁੰਦੇ ਆ, ਉਹਨਾਂ ਦੀਆਂ ਗੱਲਾਂ ਹੋ ਰਹੀਆਂ ਹੁੰਦੀਆਂ। ਸੋ ਮਨਪ੍ਰੀਤ ਬਾਦਲ ਨੂੰ ਜਦੋਂ ਅਸੀਂ ਕਟਹਿਰੇ 'ਚ ਖੜਾ ਦੇਖ ਰਹੇ ਹਾਂ, ਹੋ ਸਕਦਾ ਕਿ ਉਹ ਹਰ ਗੱਲ 'ਚੋਂ ਪਾਕ ਸਾਫ਼ ਨਿਕਲ ਆਉਣ, ਪਰ ਪਹਿਲੀ ਨਜ਼ਰੇ ਇੰਜ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਤੱਥ ਚੀਕ ਕੇ ਕਹਿ ਰਹੇ ਆ, ਜਦੋਂ ਉਹਨਾਂ ਨੇ ਆਪ ਉੱਥੋਂ ਪਲਾਟ ਲੈਣ ਦਾ ਯਤਨ ਕੀਤਾ, ਕੁਝ ਹੋਰ ਲੋਕਾਂ ਨੇ ਲਏ, ਉਹਨਾਂ ਦੇ ਖਾਤਿਆਂ 'ਚ ਪੈਸੇ ਟ੍ਰਾਂਸਫਰ ਹੋਣ ਦੀਆਂ ਗੱਲਾਂ ਹੋ ਰਹੀਆਂ, ਮਨਪ੍ਰੀਤ ਬਾਦਲ ਜਾਂ ਉਹਨਾਂ ਦੇ ਨੇੜਲਿਆਂ ਵੱਲੋਂ ਪੈਸੇ ਟ੍ਰਾਂਸਫਰ ਕੀਤੇ ਜਾਣ ਦੀਆਂ ਗੱਲਾਂ ਨੇ। ਮੈਨੂੰ ਨਹੀਂ ਪਤਾ ਸੱਚ ਕੀ ਆ, ਕਿਹਾ ਜਾ ਰਿਹਾ, ਕਥਿਤ ਤੌਰ ਤੇ ਦੋਸ਼ ਲੱਗ ਰਿਹਾ। ਤੇ ਇੰਦਰਪ੍ਰੀਤ ਜੀ, ਮੈਂ ਕਿੱਦਾਂ ਕਵਾਂ, ਰਜਿੰਦਰ ਪਰਦੇਸੀ ਦਾ ਉਹ ਸ਼ੇਰ ਆ ਕਿ ਤੂੰ ਤੇ ਲੈ ਕੇ ਤੁਰ ਗਿਓ ਮਹਿਕਾਂ ਤੋਂ ਬਨਵਾਸ, ਗੂੰਗੀ ਰੁੱਤ ਦੀ ਪੀੜ ਦਾ ਕੌਣ ਕਰੇ ਅਹਿਸਾਸ। ਕਿੱਦਾਂ ਤਸ਼ਬੀਹਾਂ ਦਈਏ, ਕਿੰਨਾ ਸ਼ਬਦਾਂ 'ਚ ਇਹਨਾਂ ਨੂੰ ਬੰਨੀਏ, ਕਿੱਦਾਂ ਅੱਗੇ ਵਧੀਏ ਜਦੋਂ ਸਾਡੇ ਸਭ ਤੋਂ ਵੱਡੇ ਆਦਰਸ਼ ਕਟਹਿਰਿਆਂ 'ਚ ਨੇ, ਕਹਿਣੀ ਕਰਨੀ ਦੇ ਵਿੱਚ ਬਹੁਤ ਫਰਕ ਨਜ਼ਰ ਆ ਰਿਹਾ। ਤੇ ਫਿਰ ਗੱਲ ਅੱਗੇ ਤੁਸੀਂ ਤੋਰ ਦਿਓ। ਪਹਿਲਾਂ ਜਿਹੜੀ ਭਾਸਕਰ ਸਾਹਿਬ ਨੇ ਗੱਲ ਸ਼ੁਰੂ ਕੀਤੀ ਹੈ ਠੱਗਾਂ ਦੀ, ਮੈਂ ਉਸ ਤੋਂ ਇੱਕ ਚੀਜ਼ ਸਮਝਣਾ ਚਾਹ ਰਿਹਾ ਸੀ ਉਹ ਸਾਰੇ ਕੇਸ ਦੇ ਵਿੱਚ ਕਿ ਇਸ ਤਰ੍ਹਾਂ ਦੇ ਐਪੀਸੋਡ ਨੂੰ ਦੇਖ ਕੇ ਪਿਕਚਰਾਂ ਬਣਦੀਆਂ ਨੇ ਜਾਂ ਪਿਕਚਰਾਂ ਨੂੰ ਦੇਖ ਕੇ ਇਸ ਤਰ੍ਹਾਂ ਦੇ ਐਪੀਸੋਡ ਹੁੰਦੇ ਆ। ਤੁਹਾਨੂੰ ਯਾਦ ਹੋਊਗਾ 2017 ਦੇ ਵਿੱਚ ਠੱਗ ਲਾਈਫ ਨਾਂ ਦੀ ਇੱਕ ਪੰਜਾਬੀ ਪਿਕਚਰ ਆਈ ਸੀ, ਉਹ ਬਿਲਕੁਲ ਸੇਮ ਹੈ, ਬਿਲਕੁਲ ਸੇਮ। ਬਸ ਫਰਕ ਸਿਰਫ ਇੰਨਾ ਹੈ ਕਿ ਉਸ 'ਚ ਟਿਕਟਾਂ ਨਹੀਂ ਸੀ ਬੰਦਾ ਦਵਾ ਰਿਹਾ, ਉਹਦੇ 'ਚ ਉਹਨਾਂ ਦੇ ਜਿਹੜੇ ਗਲਤ ਧੰਦੇ ਟਾਈਪ ਹੈ ਜਿਨਸੀ ਸ਼ੋਸ਼ਣ ਦੇ, ਉਹਦੇ ਵਿੱਚ ਹਨੀ ਟਰੈਪ ਲਗਾ ਕੇ ਬੰਦਿਆਂ ਨੂੰ ਫਸਾਇਆ ਜਾਂਦਾ ਸੀ ਤੇ ਫਿਰ ਉਹਨਾਂ ਤੋਂ ਪੈਸੇ ਲੈ ਜਾਂਦੇ ਸੀ। ਇਹ 'ਚ ਥੋੜੀ ਜਿਹੀ ਚੇਂਜ ਸਿਰਫ ਇੰਨੀ ਕਿ ਕੀਤੀ ਹੈ। ਚੀਜ਼ ਉਹ 'ਚ ਵੀ ਸੀ ਕਿ ਉਹ ਬੰਦਾ ਕਿਵੇਂ ਆਵਾਜ਼ਾਂ ਦੂਜਿਆਂ ਦੀ ਕੱਢ ਲੈਂਦਾ ਹੈ ਤੇ ਆਵਾਜ਼ਾਂ ਸੁਣਾ ਕੇ ਮਤਲਬ ਜਿਹੜਾ ਹੈਗਾ ਉਹ ਬੰਦੇ ਨੂੰ ਭਰਮ 'ਚ ਪਾ ਦਿੰਦੇ ਆ ਤੇ ਠੱਗੀਆਂ ਮਾਰਦੇ ਆ ਲੱਖਾਂ ਕਰੋੜਾਂ ਰੁਪਏ ਦੀਆਂ ਤੇ ਅਚਾਨਕ ਫਸ ਜਾਂਦੇ ਆ। ਸੇਮ ਹੀ ਇਹ ਸੀ, ਪਰ ਇਹਦੇ 'ਚ ਥੋੜਾ ਜਿਹਾ ਪਲਾਟ ਚੇਂਜ ਹੈ। ਉਹਦੇ ਸਿਰਫ ਇਹਦਾ ਕਿ ਟਿਕਟਾਂ ਦੇ ਨਾਂ ਤੇ ਇਦਾਂ ਦਾ ਕਾਰੋਬਾਰ ਹੋ ਰਿਹਾ ਤੇ ਬਹੁਤ ਹੀ ਸ਼ਰਮਨਾਕ ਮੈਨੂੰ ਲੱਗਦਾ ਕਿ ਗੱਲ ਹੈਗੀ ਹੈ ਇਹ ਕਿ ਸਾਡੇ ਜਿਹੜੇ ਐਡੇ ਐਡੇ ਵੱਡੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਇਹਨਾਂ ਦੇ ਵਿੱਚ ਨਾਂ ਆ ਰਹੇ ਹੈ। ਸੋ ਚਲੋ ਇਹ ਤਾਂ ਅਲੱਗ ਇਸ਼ੂ ਹੋ ਗਿਆ, ਪਰ ਦੂਜਾ ਵੀ ਉਦੋਂ ਸ਼ਰਮਨਾਕ ਹੈ। ਮੈਂ ਮਨਪ੍ਰੀਤ ਬਾਦਲ ਹੋਰਾਂ ਨੂੰ ਲਗਭਗ ਮੇਰਾ ਖਿਆਲ ਹੈ ਕਿ ਉਹਨਾਂ ਨੇ 7 ਜਾਂ 8 ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤੇ ਹੈ। 8 ਦੀ ਜੇ ਤੁਸੀਂ ਇਕੱਲੀ ਸਪੀਚ ਉਹਨਾਂ ਦੀ ਦੇਖੋ ਨਾ ਰੰਧਾਵਾ ਸਾਹਿਬ, ਤੁਹਾਨੂੰ ਇਹ ਲੱਗੇਗਾ ਕਿ ਯਾਰ ਇਹ ਬੰਦਾ ਨਾ ਏਦਾਂ ਦਾ ਜਿਹੜਾ ਪੰਜਾਬ ਦੀ ਨੁਹਾਰ ਨੂੰ ਬਦਲ ਦੇਣਾ ਚਾਹੁੰਦਾ ਹੈ, ਪੰਜਾਬ ਨੂੰ ਪਤਾ ਨਹੀਂ ਕਿੱਥੇ ਕਿ ਲੈ ਕੇ ਜਾਣਾ ਚਾਹੁੰਦਾ ਹੈ। ਬਹੁਤ ਹੀ ਸ਼ੇਰੋ ਸ਼ਾਇਰੀ ਨਾਲ ਸਜਾ ਕੇ ਆਪਣੀ ਉਹ ਜਿਹੜੀ ਗੱਲਬਾਤ ਸੀਗੀ ਉਹ ਰੱਖਦੇ ਸੀ। ਪਰ ਜਦੋਂ ਹੁਣ ਇਸ ਕਿਸਮ ਦੇ ਮਤਲਬ ਕਾਰਨਾਮੇ ਜਿਹਨੂੰ ਕਹਿੰਦੇ ਆ ਉਹ ਸਾਹਮਣੇ ਆ ਰਹੇ ਨੇ, ਪਤਾ ਨਹੀਂ ਇਹਨਾਂ ਦਾ ਹਸ਼ਰ ਕੀ ਹੋਊਗਾ, ਨਤੀਜਾ ਕੀ ਹੋਊਗਾ, ਇਹ ਬਹੁਤ ਆਉਣ ਵਾਲੇ ਟਾਈਮ ਤੋਂ ਬਾਅਦ ਹੀ ਪਤਾ ਲੱਗੇਗਾ। ਲੇਕਿਨ ਜਿਸ ਕਿਸਮ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ, ਜਿਵੇਂ ਆਹੀ ਤੁਸੀਂ ਕਿਹਾ ਕਿ ਕਿਸ ਤਰ੍ਹਾਂ ਕਮਰਸ਼ੀਅਲ, ਮੈਂ ਕਿਉਂਕਿ ਮੈਂ ਖੁਦ ਬਠਿੰਡੇ ਦਾ, ਮੈਨੂੰ ਪਤਾ ਹੈ ਉਹ ਕਿਹੜਾ ਇਲਾਕਾ ਹੈ, ਮੈਨੂੰ ਇਹ ਵੀ ਪਤਾ ਹੈ ਵੀ ਕਿੱਥੇ ਦੀ ਉਹ ਜ਼ਮੀਨ ਹੈ, ਉਸ ਜ਼ਮੀਨ ਦੇ ਰੇਟ ਕੀ ਨੇ, ਮੈਨੂੰ ਸਾਰਾ ਅੰਦਾਜ਼ਾ ਹੈ। ਇਸ ਕਰਕੇ ਮੈਂ ਮਤਲਬ ਉਸ ਗੱਲ ਨੂੰ ਥੋੜਾ ਜਿਹਾ ਵਿਸਤਾਰ ਚ ਸਿਰਫ ਇਸ ਕਰਕੇ ਹੀ ਦੱਸ ਰਿਹਾ ਕਿ ਉੱਥੇ ਵਾਕਈ ਜ਼ਮੀਨ ਬਹੁਤ ਮਹਿੰਗੀ ਹੈ ਤੇ ਮਤਲਬ ਲੈਣੀ ਕਿਸੇ ਆਮ ਬੰਦੇ ਦੇ ਬਸ ਦੀ ਗੱਲ ਤਾਂ ਹੈ ਨਹੀਂ। 75,000 ਕੁਝ ਰੁਪਏ ਦੇ ਹਿਸਾਬ ਨਾਲ ਕਮਰਸ਼ੀਅਲ ਰੇਟ ਸੀ 2015 ਚ, ਅੱਜ ਤੁਸੀਂ ਅਸੀਂ 2023 ਚ। ਔਰ ਜਦੋਂ ਗੱਲ ਕਰ ਰਹੇ ਹਾਂ ਵੀ ਜਦੋਂ 21 ਚ, ਚਲੋ ਆਪਾਂ ਉਸ ਤੋਂ ਪਿੱਛੇ ਚਲੇ ਜਦੋਂ ਜਿਸ ਟਾਈਮ ਦਾ ਇਹ ਕੰਮ ਹੈ ਉਸ ਟਾਈਮ ਦੇ ਮੈਂ ਰੇਟਸ ਅਗਰ ਕਰਾਂ ਤਾਂ ਉਹ ਕਹਿ ਰਿਹਾ ਵੀ ਉਹਨੂੰ ਕਨਵਰਟ ਕਰਾਤਾ ਰਿਹਾਇਸ਼ੀ ਦੇ ਵਿੱਚ, ਰਿਹਾਇਸ਼ੀ ਦੇ ਵਿੱਚ ਉਹਦੀ 25,000 ਕੀਮਤ ਹੋ ਗਈ ਤੇ ਤੁਸੀਂ ਉਹ ਸਾਰੀ ਦੀ ਸਾਰੀ ਕਿਉਂਕਿ ਤੁਸੀਂ ਫਾਈਨਾਂਸ ਮਿਨਿਸਟਰ ਹੋ, ਫਾਈਨਾਂਸ ਮਿਨਿਸਟਰ ਦੇ ਤੌਰ ਤੇ ਤੁਸੀਂ ਦੂਜੇ ਡਿਪਾਰਟਮੈਂਟਾਂ ਤੇ ਵੀ ਉਨਾ ਹੀ ਦਬਦਬਾ ਬਣਾ ਲੈਂਦੇ ਹੋ, ਤਾਂ ਉਹ ਚ ਸਾਰਾ ਕੰਮ ਆਪਣੇ ਨਾਂ ਤੇ ਮਤਲਬ ਆਪਣੇ ਜਾਂ ਆਪਣੇ ਕਲੋਜ਼ ਰਿਲੇਟਿਵ ਜਿਹੜੇ ਤੁਹਾਡੇ ਬੰਦੇ ਹੈ, ਪੋਲੀਟੀਕਲ ਬੰਦੇ ਹੀ ਹੋਣਗੇ ਤੁਹਾਡੇ, ਉਹਨਾਂ ਦੇ ਨਾਂ ਤੇ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਛਵੀ ਜਿਹੜੀ ਮਨਪ੍ਰੀਤ ਬਾਦਲ ਦੀ ਇੱਕ ਆਮ ਲੋਕਾਂ ਦੇ ਵਿੱਚ ਸੀਗੀ, ਮੈਨੂੰ ਲੱਗਦਾ ਕਿ ਉਹ ਬਹੁਤ ਹੀ ਧੂਮਿਲ ਹੋ ਗਈ ਹੈ। ਇਹ ਇਕੱਲਾ ਇਹ ਮਾਮਲਾ ਨਹੀਂ ਸੀ, ਬਠਿੰਡੇ ਦਾ ਇੱਕ ਹੋਰ ਮਾਮਲਾ ਵੀ ਆਇਆ ਸੀ, ਤੁਹਾਨੂੰ ਯਾਦ ਹੋਊਗਾ ਜਦੋਂ ਜਿਹੜੇ ਸੋਲਰ ਪੈਨਲ ਸੀਗੇ ਉਹ ਉਹਨਾਂ ਨੇ ਆਪਣੇ ਜਿਹੜੇ ਬਹੁਤ ਕਲੋਜ਼ ਪਰ ਬਹੁਤ ਧਨਾੜ ਲੋਕ ਸੀ ਉਹਨਾਂ ਦੇ ਸੋਲਰ ਪੈਨਲ ਲਗਵਾਤੇ ਸੀ, ਜਦਕਿ ਉਹ ਜਿਹੜੇ ਪੈਨਲਸ ਆਏ ਸੀਗੇ ਸਾਰੇ ਅਨੁਸੂਚਿਤ ਜਾਤੀਆਂ ਵਾਸਤੇ ਆਏ ਸੀ। ਉਹਨਾਂ ਦਾ ਇੱਕ ਸੀਗਾ ਵੀ ਜਿੱਥੇ ਜਿੱਥੇ ਉਹਨਾਂ ਦੀ ਕਲੋਨੀਜ਼ ਨੇ ਜਾਂ ਰਿਹਾਇਸ਼ ਨੇ ਉੱਥੇ ਮਤਲਬ ਉਹ ਸੋਲਰ ਲਾਈਟਸ ਲਗਾਈਆਂ ਜਾਣ, ਪਰ ਉਹ ਵੀ ਬਹੁਤ ਵੱਡਾ ਮਾਮਲਾ ਸੀ। ਪਰ ਮੈਨੂੰ ਪਤਾ ਨਹੀਂ ਕਿਉਂਕਿ ਰੁਕ ਗਿਆ, ਕਿਉਂਕਿ ਇਹ ਵਾਲਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਇਸ ਸ਼ਿਕਾਇਤ ਦੇ ਉੱਤੇ ਜਿਹੜੀ ਅਕਾਲੀ ਦਲ ਦੇ
ਉਦੋਂ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਰਾਜਵਿੰਦਰ ਸਿੱਧੂ, ਉਹਨਾਂ ਦੀ ਸ਼ਿਕਾਇਤ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਇਹ ਰੋਕ ਤਾਂ ਦਿੱਤਾ ਸੀ, ਕੰਮ ਅੱਗੇ ਚੱਲਣ ਨਹੀਂ ਦਿੱਤਾ, ਪਰ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਸੋ ਮੈਨੂੰ ਇਸ ਤਰ੍ਹਾਂ ਹੀ ਇਹਨਾਂ ਦੀ ਕੋਠੀ ਦੇ ਜਿਹੜੇ ਬਹੁਤ ਵੱਡਾ ਫਰਨੀਚਰ ਸੀਗਾ, ਬਹੁਤ ਪੁਰਾਣਾ ਫਰਨੀਚਰ ਸੀ ਜਿਹਦੀ ਬਹੁਤ ਜ਼ਿਆਦਾ ਕੀਮਤ ਹੈ। ਪੁਰਾਣੇ ਫਰਨੀਚਰ ਦੀ ਦੇਖੋ ਉਹ ਇੱਕ ਅੱਜ ਕੱਲ ਵਿਕਦਾ ਬਹੁਤ ਮਹਿੰਗਾ ਹੈ, ਨਵੇਂ ਤੋਂ ਤਾਂ ਬਹੁਤ ਜ਼ਿਆਦਾ ਮਹਿੰਗਾ ਵਿਕਦਾ। ਉਸ ਤਰ੍ਹਾਂ ਦੇ ਫਰਨੀਚਰ, ਡਾਈਨਿੰਗ ਟੇਬਲ, ਕਾਫੀ ਚੀਜ਼ਾਂ ਸੀਗੀਆਂ ਜਿਨ੍ਹਾਂ ਜਿਹੜੇ ਮਤਲਬ ਇਹ ਕਿਹਾ ਗਿਆ ਵੀ ਇਹ ਆਪਣੇ ਨਾਲ ਹੀ ਲੈ ਗਏ। ਬਾਅਦ ਚ ਇਹਨਾਂ ਨੇ ਉਹਦੀ ਕੀਮਤ ਸੀ ਜਿਹੜੀ 10 ਲੱਖ ਰੁਪਇਆ, ਉਹ ਜਿਹੜਾ ਸੀਗਾ ਉਹ ਇਹਨਾਂ ਨੇ ਬਾਈ ਚੈੱਕ ਦਿੱਤੀ ਸੀ। ਸੋ ਮੈਨੂੰ ਇਹ ਲੱਗਦਾ ਵੀ ਜਦੋਂ ਇਸ ਕਿਸਮ ਦੇ ਵਿਅਕਤੀ ਤੋਂ ਦੇ ਇਸ ਤਰ੍ਹਾਂ ਦੇ ਚੀਜ਼ਾਂ ਨਿਕਲ ਆਉਂਦੀਆਂ ਨੇ ਤਾਂ ਮੈਨੂੰ ਲੱਗਦਾ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਨਾ ਉਹ ਧੂਮਿਲ ਹੋ ਜਾਂਦਾ ਹੈ, ਉਹ ਬਿਲਕੁਲ ਬਰਬਾਦ ਹੋ ਜਾਂਦਾ। ਇਹ ਕਾਫੀ ਅਹਿਮ ਮਾਮਲਾ ਹੈ। ਕਿੱਦਾਂ ਲਵਾਂ, ਕਿੱਦਾਂ ਲਈਏ, ਇਹਨੂੰ ਸਮਝ ਨਹੀਂ ਆਉਂਦੀ। ਕਿਉਂਕਿ ਜਦੋਂ ਤੁਸੀਂ ਇਹ ਵੀ ਕਹਿੰਦੇ ਹੋ ਕਿ ਅਸੀਂ ਫਰਨੀਚਰ ਗਲਤੀ ਨਾਲ ਲੈ ਗਏ ਜਾਂ ਜਿਹੜੇ ਬੰਦੇ ਇਸ ਤਰ੍ਹਾਂ ਦੇ ਸਮਾਨ ਸ਼ਿਫਟ ਕਰਦੇ ਉਹਨਾਂ ਤੋਂ ਕੋਈ ਗਲਤੀ ਹੋਈ ਤੇ ਮੰਨਿਆ ਜਾ ਸਕਦਾ ਕਿ ਉਹਨੂੰ ਵਾਪਸ ਭੇਜਿਆ ਜਾ ਸਕਦਾ ਸੀ। ਜੇਕਰ ਤੁਸੀਂ ਨੀਅਤਨ ਸੋਚਦੇ ਹੋ ਕਿ ਇਹ ਤੇ ਐਂਟੀਕ ਹੈ, ਇਹ ਤਾਂ ਮੇਰਾ ਹੀ ਹੱਕ ਹੈ, ਤਾਂ ਫਿਰ ਜਿਹੜਾ ਅਗਲਾ ਮੰਤਰੀ ਆਉਣ ਵਾਲਾ ਜਿਹਨੇ ਤੁਹਾਡੇ ਹੀ ਸਟੇਚਰ 'ਚ ਆਉਣਾ ਹੈ ਤੇ ਉਹਨੇ ਆਣ ਕੇ ਉਸੇ ਕੋਠੀ ਦੀ ਵਰਤੋਂ ਕਰਨੀ ਹੈ, ਉਹ ਐਂਟੀਕ ਸਟੇਟ ਦਾ ਕਿਉਂ ਨਾ ਹੋਵੇ, ਉਹ ਲੋਕਾਂ ਦਾ ਕਿਉਂ ਨਾ ਹੋਵੇ, ਉਹਨੂੰ ਉਹੀ ਵਰਤੇ ਜਿਹਨੂੰ ਲੋਕ ਹੱਕ ਦਿੰਦੇ ਆ। ਖੈਰ ਮੈਂ ਕੌਣ ਆ ਇਹ ਗੱਲ ਕਰਨ ਵਾਲਾ, ਕੀ ਹੈਸੀਅਤ, ਮੇਰੀ ਔਕਾਤ ਕੀ ਹੈ? ਮੈਨੂੰ ਇਸ ਗੱਲ ਦਾ ਪਤਾ ਹੈ ਕਿ ਕੋਈ ਔਕਾਤ ਨਹੀਂ ਹੈ, ਸਿਰਫ ਸਵਾਲ ਖੜੇ ਕਰ ਸਕਦੇ ਆ। ਉਹਨਾਂ ਸਵਾਲਾਂ ਦਾ ਵੀ ਕੀ ਹੈ ਜੀ। ਸੋ ਮੈਂ ਭਾਸਕਰ ਸਾਹਿਬ ਇਸੇ ਮਾਮਲੇ 'ਚ ਬਿਊਰੋਕਰੇਟਸ ਤੇ ਆਉਣਾ ਹੈ। ਕਦੋਂ ਕੋਈ ਇਹ ਦਾਅਵਾ ਕਰ ਸਕਦਾ ਹੈ ਕਿ ਕੌਣ ਦੁੱਧ ਧੋਤਾ ਹੈ ਤੇ ਕੌਣ ਬਹੁਤ ਮਾੜਾ ਹੈ? ਮੈਂ ਸੰਜੇ ਪੋਪਲੀ ਦੀ ਉਹ ਜ਼ਮਾਨਤ ਵਾਲੇ ਮਾਮਲੇ ਨੂੰ ਦੇਖ ਰਿਹਾ ਸੀ, ਹਾਈ ਕੋਰਟ 'ਚ ਸੁਣਵਾਈ ਸੀ, ਤੇ ਇਹ ਸਾਰੇ ਤੌਰ ਤਰੀਕੇ ਮੈਂ ਉਹਦੇ ਵਿੱਚ ਅਮਰੂਦਾਂ ਵਾਲੇ ਮਾਮਲੇ ਨੂੰ ਵੀ ਦੇਖ ਰਿਹਾ, ਜਿਹਦੇ ਵਿੱਚ ਸੀਨੀਅਰ IAS ਅਫਸਰਾਂ ਦੀਆਂ ਪਤਨੀਆਂ ਦਾ ਜ਼ਿਕਰ ਹੁੰਦਾ ਰਿਹਾ। ਉਹਦੇ ਵਿੱਚ ਵੱਡੇ ਵੱਡੇ ਬੰਦੇ ਸ਼ਾਮਲ ਨੇ, ਪਰ ਹੁਣ ਇੱਕ ਸਾਬਕਾ PCS ਉਹਦੀ ਗ੍ਰਿਫਤਾਰੀ ਪਈ ਹੈ। ਗੱਲ ਇਹ ਨਹੀਂ ਕਿ ਗ੍ਰਿਫਤਾਰੀ ਕਿਹਦੀ ਹੋਈ ਹੈ, ਗੱਲ ਇਹ ਹੈ ਕਿ ਹੋ ਕੀ ਰਿਹਾ। ਸੋ ਇਹ ਦੋ ਮਾਮਲੇ ਤੁਸੀਂ ਅੱਗੇ ਵਧਾ ਦਿਓ, ਕਿਉਂਕਿ ਜਦੋਂ ਅਸੀਂ ਨੌਸਰਬਾਜ਼ਾਂ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਫਲੈਗਸ਼ਿਪ ਦਾ ਵੀ ਜ਼ਿਕਰ ਹੋਣਾ ਚਾਹੀਦਾ, ਫਿਰ ਉਸ ਅਲੀਟ ਕਲਾਸ ਦੇ ਵਿੱਚ ਇਸ ਤਰ੍ਹਾਂ ਦੇ ਮਾਈਂਡਸੈਟ ਦਾ ਵੀ ਜ਼ਿਕਰ ਹੋਣਾ ਚਾਹੀਦਾ। ਜਦੋਂ ਮਨਪ੍ਰੀਤ ਬਾਦਲ ਨੂੰ ਆਪਾਂ ਗੱਲ ਕਰ ਰਹੇ ਹਾਂ, ਅੱਜ ਕਰਪਸ਼ਨ ਦੇ ਮਾਮਲਿਆਂ 'ਚ ਕਿਸੇ ਦਾ ਜ਼ਿਕਰ ਹੀ ਨਹੀਂ ਹੁੰਦਾ, ਕੋਈ ਫਰਕ ਹੀ ਨਹੀਂ ਪੈਂਦਾ ਕਿ OP ਸੋਨੀ ਨਾਲ ਕੀ ਵਾਪਰ ਰਿਹਾ, ਧਰਮਸੋਤ ਸਾਹਿਬ ਨਾਲ ਕੀ ਹੋ ਰਿਹਾ, ਬ੍ਰਹਮਿੰਦਰਾ ਸਾਹਿਬ ਦਾ ਕੇਸ ਕਿੱਥੇ ਗਿਆ ਵਾ, ਜਾਂ ਕੋਈ ਪੁੱਛਦਾ ਹੀ ਨਹੀਂ ਕਿ ਸੁੰਦਰ ਸ਼ਾਮ ਅਰੋੜਾ ਦਾ ਮਾਮਲਾ, ਕਿਉਂਕਿ ਇਹਨੂੰ ਹੌਲੀ ਜਿਹੀ ਕਿਹਾ ਜਾਂਦਾ ਪੋਲੀਟੀਕਲ ਵੈਂਡੇਟਾ ਹੈ, ਇਹ ਤਾਂ ਬਦਲਾਖੋਰੀ ਹੈ। ਲੋਕ ਕਹਿੰਦੇ ਚਲੋ ਫਿਰ ਕੀ ਹੋਇਆ, ਪੋਲੀਟੀਕਲ ਲੋਕ ਕਰਦੇ ਹੀ ਹੁੰਦੇ। ਪਰ ਜਿਹੜਾ ਵਿਅਕਤੀ ਲਗਾਤਾਰ ਦਾਅਵਾ ਕਰਕੇ ਅੱਗੇ ਵਧ ਰਿਹਾ ਸੀ ਕਿ ਇਹ ਸਿਸਟਮ ਬਦਲਣਾ ਹੈ, ਅਸੀਂ ਇਹਦੇ ਕਸਟੋਡੀਅਨ ਆ, ਅਸੀਂ ਇਸ ਵਿਰਾਸਤ, ਕਲਚਰ, ਇਸ ਸਾਹਿਤਕ ਇਹ ਧਾਰਾਵਾਂ ਦੇ ਵਾਰਸ ਹੈ, ਉਸ ਵਿਅਕਤੀ ਕੋਲੋਂ ਅਨੈਤਿਕਤਾ ਸੋਚੀ ਨਹੀਂ ਜਾ ਸਕਦੀ। ਜੇ ਹੈ ਤਾਂ ਮੈਂ ਦੋਸ਼ ਨਹੀਂ ਲਾ ਰਿਹਾ, ਫਿਰ ਵਿਜੀਲੈਂਸ ਕੋਰਟਾਂ 'ਚ ਸਾਬਤ ਕਰੇ ਕਿ ਕੀ ਹੋਣ ਵਾਲਾ ਹੈ, ਪਰ ਜੋ ਸੱਚ ਹੈ। ਸੋ ਮੈਂ ਚਾਹੂੰਗਾ ਕਿ ਬਿਊਰੋਕਰੇਟਸ ਦਾ ਵੀ ਜਿਹੜਾ ਇਹ ਸਾਹਮਣੇ ਆ ਰਿਹਾ ਕੁਦਰਤ ਕਰੇ ਇਹ ਸਿਲਸਿਲਾ ਵੱਡਾ ਨਾ ਹੋਵੇ, ਹੋਰ ਲੋਕ ਇਸ ਤਰ੍ਹਾਂ ਦੇ ਨਾ ਆਉਣ ਜਿਨ੍ਹਾਂ ਤੇ ਸਾਡੇ ਭਰੋਸੇ ਬਣੇ ਆ। ਜੀ ਸੰਜੇ ਪੋਪਲੀ ਦੇ ਕੇਸ ਦੇ ਵਿੱਚ ਹਾਈ ਕੋਰਟ ਦੀ ਉਹਨਾਂ ਦੀ ਬੇਲ ਐਪਲੀਕੇਸ਼ਨ ਦੇ ਉੱਤੇ ਕੱਲ ਸੁਣਵਾਈ ਹੋ ਰਹੀ ਸੀ, ਔਰ ਉਹ 3.5 ਲੱਖ ਰੁਪਏ ਦੀ ਰਿਕਵਰੀ ਦਾ ਮਾਮਲਾ ਸੀਗਾ, ਜਦ ਉਹਨਾਂ ਦੇ ਹੀ ਇੱਕ ਐਸੋਸੀਏਟ ਦੁਆਰਾ ਕਾਰ ਦੇ ਵਿੱਚ ਬੈਠ ਕੇ ਇੱਕ ਹਰਿਆਣੇ ਦੇ ਠੇਕੇਦਾਰ ਤੋਂ 3.5 ਲੱਖ ਰੁਪਏ ਉਹਨਾਂ ਨੇ ਲਿੱਤੇ ਸੀ। ਉਸ ਕੇਸ ਦੇ ਵਿੱਚ ਉਹਨਾਂ ਨੂੰ ਕੱਲ ਮਿਲ ਜਾਂਦੀ ਹੈ ਬੇਲ, ਪਰ ਨਾਲ ਦੇ ਨਾਲ ਹਾਈ ਕੋਰਟ ਦੇ ਵਿੱਚ ਇਹ ਵੀ ਟਿੱਪਣੀ ਹੁੰਦੀ ਹੈ, ਜਿਸ ਤਰੀਕੇ ਨਾਲ ਜੋ ਰੇਡ ਉਹਨਾਂ ਦੇ ਘਰ ਪਾਈ ਸੀ ਵਿਜੀਲੈਂਸ ਬਿਊਰੋ ਨੇ, ਔਰ ਜਿੰਨਾ ਕੁਝ ਉਹਨਾਂ ਦੇ ਘਰੋਂ ਮਿਲਿਆ ਸੀਗਾ, ਉਹ ਸੋਨੇ ਦੀ ਇੱਟਾਂ, ਚਾਂਦੀ ਦੀ ਇੱਟਾਂ, ਬਿਸਕੁਟ ਔਰ ਨਾ ਜਾਣੇ ਕੀ, ਉਹ ਸਾਰੀ ਰਿਕਵਰੀ ਆਪਣੇ ਆਪ ਵਿੱਚ ਦੀਵਾਰ ਤੇ ਲਿਖਿਆ ਹੋਇਆ ਹੈ ਕਿ ਵੀ ਤੁਹਾਡੀ ਮਿਸਡੀਡ ਜਾਂ ਤੁਹਾਡਾ ਕਿਸ ਤਰੀਕੇ ਦਾ ਕੰਡਕਟ ਸੀਗਾ। ਇਸ ਗੱਲ ਦੀ ਟਿੱਪਣੀ ਕੋਰਟ ਦੇ ਵਿੱਚ ਹੋਈ। ਹਾਲਾਂਕਿ ਉਹਨਾਂ ਨੂੰ ਰਾਹਤ ਤੇ ਮਿਲੀ ਹੈ, ਪਰ ਉਹ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਡਿਸਪ੍ਰਪੋਰਸ਼ਨੇਟ ਆਫ ਐਸੈਟ ਦਾ ਕੇਸ ਵੀ ਉਹਨਾਂ ਦੇ ਉੱਤੇ ਵਿਜੀਲੈਂਸ ਬਿਊਰੋ ਨੇ ਪਾਇਆ ਸੀਗਾ। ਪਰ ਚਲੋ ਇਹ ਤੇ ਮਾਮਲਾ ਸੀਗਾ ਪੋਪਲੀ ਸਾਹਿਬ ਦਾ। ਅਮਰੂਦਾ ਵਾਲੇ ਕੇਸ ਦੇ ਵਿੱਚ ਕੱਲ ਇੱਕ ਐਕਸ PCS ਆਫੀਸਰ ਦੀ ਗ੍ਰਿਫਤਾਰੀ ਹੁੰਦੀ ਹੈ, ਜਗਦੀਸ਼ ਸਿੰਘ ਜੌਲ, ਜਿਹੜੇ ਉਸ ਵਕਤ ਗਮਾਡਾ ਦੇ ਵਿੱਚ ਇੱਕ ਵੱਡੇ ਅਫਸਰਾਂ ਵਜੋਂ ਉਹਨਾਂ ਦਾ ਨਾਮ ਬੋਲਦਾ ਸੀ। ਇੱਕ ਡਿਪਟੀ ਕਮਿਸ਼ਨਰ, ਉਹਨਾਂ ਦੀ ਪਤਨੀ ਦਾ ਨਾਮ ਵੀ ਕਾਫੀ ਦੇਰ ਤੋਂ ਇਸ ਕੇਸ ਦੇ ਵਿੱਚ ਆ ਰਿਹਾ ਹੈ, ਜਿਨ੍ਹਾਂ ਦੀ ਬੇਲ ਤੱਕ ਰਿਜੈਕਟ ਹੋ ਚੁੱਕੀ ਹੈ, ਪਰ ਹਜੇ ਤੱਕ ਉਹਨਾਂ ਦੀ ਅਰੈਸਟ ਜਾਂ ਉਹਨਾਂ ਦੇ ਉੱਤੇ ਅਗਲੀ ਕਾਰਵਾਈ ਦੇ ਉੱਤੇ ਸਾਡੀ ਵੀ ਨਜ਼ਰ ਬਣੀ ਹੋਈ ਹੈ ਵੀ ਕਦੋਂ ਤੇ ਕਿੱਦਾਂ ਹੁੰਦੀ ਹੈ। ਪਰ ਫਿਲਹਾਲ 17-18 ਐਕਿਊਜ਼ਡ ਇਸ ਅਮਰੂਦਾਂ ਵਾਲੇ ਕੇਸ ਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ, ਔਰ ਕੱਲ ਇਹ ਗੱਲ ਕਦੋਂ ਇਹ ਗੱਲ ਬਿਊਰੋਕਰੇਟਸ ਵੱਲ ਵੱਧਦੀ ਹੈ, ਇਹਦਾ ਇੰਤਜ਼ਾਰ ਹਜੇ ਬਾਕੀ ਹੈਗਾ। ਔਰ ਇਸ ਤਰ੍ਹਾਂ ਦੇ ਕਈ ਕੇਸ ਹੈਗੇ ਨੇ ਜਿਨ੍ਹਾਂ ਕੇਸਾਂ ਦੇ ਵਿੱਚ
ਵਿਜੀਲੈਂਸ ਬਿਊਰੋ 4 ਕਦਮ ਅੱਗੇ ਵੱਧਦੀ ਹੈ ਤੇ ਕਈ ਵਾਰ 2 ਕਦਮ ਪਿੱਛੇ ਆਂਦੀ ਵੀ ਨਜ਼ਰ ਆਉਂਦੀ ਹੈ, ਪਰ ਬਹੁਤ ਸਾਰੇ ਕੇਸਾਂ ਦੇ ਵਿੱਚ ਹਜੇ ਵਿਜੀਲੈਂਸ ਨੂੰ ਐਕਟਿਵ ਹੋਣਾ ਬਾਕੀ ਹੈ। ਮੈਂ ਇੰਦਰਪ੍ਰੀਤ ਜੀ, ਦੂਜਾ ਸਭ ਤੋਂ ਨਾਜ਼ੁਕ ਮਾਮਲਾ, ਜਿਹੜਾ ਨਾਜ਼ੁਕ ਮਾਮਲਾ ਤੁਹਾਡੇ ਘਰਾਂ 'ਚ ਵੜ ਆਇਆ, ਨਾ ਚਾਹੁੰਦਿਆਂ ਹੋਇਆ ਵੀ ਤੁਸੀਂ ਦਰਵਾਜ਼ੇ ਬੰਦ ਕਰਕੇ ਬੈਠੇ ਰਹੇ, ਤੁਸੀਂ ਆਪਣੀਆਂ ਕੰਧਾਂ ਉੱਚੀਆਂ ਕਰਾ ਲੀਆਂ, ਪਰ ਉਹ ਤੁਹਾਡੇ ਅੰਦਰਾਂ ਚਾਣ ਵੜਿਆ, ਉਹ ਹੈ ਨਸ਼ਾ। ਨਸ਼ਾ ਤੁਹਾਡੇ ਬੱਚਿਆਂ ਨਾਲ ਜੁੜ ਗਿਆ, ਉਹਨਾਂ ਦੇ ਭਵਿੱਖ ਨਾਲ ਜੁੜ ਗਿਆ, ਤੁਹਾਡੀਆਂ ਪੀੜ੍ਹੀਆਂ ਨਾਲ ਜੁੜ ਗਿਆ, ਲੋਕ ਨਪੁੰਸਕ ਤੱਕ ਹੋਣ ਲੱਗ ਗਏ ਔਰ ਇਹ ਰੌਲਾ ਪੈਣ ਲੱਗ ਗਿਆ ਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਨਸ਼ੇ ਦੀ ਮਕਦਾਰ ਬਹੁਤ ਜ਼ਿਆਦਾ ਹੈ। ਨੈਸ਼ਨਲ ਆਗੂ ਇਸ ਗੱਲ ਨੂੰ ਅੱਗੇ ਵਧਾਉਣ ਲੱਗੇ ਔਰ ਇਹ ਤਾਂ ਉਦੋਂ ਭਰਮ ਟੁੱਟੇ ਜਦੋਂ ਖੇਤੀ ਅੰਦੋਲਨ ਦੇ ਵਿੱਚ ਪੰਜਾਬੀਆਂ ਨੇ ਦਮ ਦਿਖਾਇਆ, ਜਦੋਂ ਇਸ ਤਰ੍ਹਾਂ ਦੇ ਹੜਾਂ ਦੇ ਵਿੱਚ ਉਹ ਖਲੋ ਜਾਂਦੇ ਨੇ ਹਿੱਕ ਡਾ ਕੇ ਕਿ ਨਹੀਂ ਅਸੀਂ ਹੈਗੇ ਆ ਨਾ, ਸਾਡੇ ਲਈ ਪ੍ਰਸ਼ਾਸਨ ਆਵੇ ਨਾ ਆਵੇ। ਪਰ ਦੂਜੇ ਬੰਨੇ ਤਸਵੀਰ ਧੁੰਦਲੀ ਨਹੀਂ ਆ, ਤਸਵੀਰ ਬੜੀ ਸਾਫ਼ ਆ ਕਿ ਲੋਕ ਅੱਜ ਵੀ ਨਸ਼ੇ ਦੇ ਟੀਕੇ ਲਾ ਕੇ ਮਰ ਰਹੇ ਨੇ, ਨਸ਼ੇ ਦੀਆਂ ਗੋਲੀਆਂ ਖਾ ਕੇ ਮਰ ਰਹੇ ਨੇ। ਅੱਜ ਵੀ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵੀ ਆ ਉਹ ਵੀ ਇੰਨਾ ਮਿਲਾਵਟੀ ਆ, ਇਸ ਖੇਤਰ ਦੇ ਵਿੱਚ ਤੁਸੀਂ ਜੋ ਮਰਜ਼ੀ ਕਹਿ ਲਓ, ਸਭ ਸੱਚ ਮੰਨਿਆ ਜਾਂਦਾ ਹੈ। ਮੈਂ ਮਾਨਸਾ ਪੁਲਿਸ ਦੇ SSP ਵਜੋਂ ਅਗਵਾਈ ਕਰ ਰਹੇ ਨਾਨਕ ਸਿੰਘ ਨੂੰ ਜਾਣਦਾ ਹੈ, ਉਹਨਾਂ ਦੀ ਸਿਹਤ ਬੜੀ ਬਿਹਤਰ ਆ, ਉਹ ਸ਼ੌਕੀਨ ਲੱਗਦੇ ਨੇ, ਉਹ ਇਹਨਾਂ ਮਾਮਲਿਆਂ ਦੇ ਵਿੱਚ ਬੜੇ ਸੁਚੇਤ ਨੇ। ਉਹਨਾਂ ਦੇ ਸਰੀਰ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਬੱਚੇ ਨੌਜਵਾਨ ਇਹੋ ਜਿਹੇ ਹੋਣੇ ਚਾਹੀਦੇ ਆ, ਦਰਸ਼ਨੀ ਹੋਣੇ ਚਾਹੀਦੇ ਆ। ਪਰ ਜਿਸ ਤਰ੍ਹਾਂ ਦਾ ਮਾਮਲਾ ਉਹ ਐਡਰੈਸ ਕਰ ਰਿਹਾ ਤੇ ਜਿਸ ਤਰ੍ਹਾਂ ਕਰ ਰਿਹਾ, ਮੈਂ ਉਹਨਾਂ ਤੋਂ ਸਵਾਲ ਪੁੱਛਣਾ ਚਾਹੁੰਦਾ। ਮੈਂ ਪਰਮਾਰ ਸਾਹਿਬ ਤੋਂ ਵੀ ਪੁੱਛਣਾ ਚਾਹੁੰਦਾ, SPS ਪਰਮਾਰ ਜਿਨ੍ਹਾਂ ਨੇ IG ਹੁੰਦਿਆਂ ਇੱਕ ਸਿੱਟ ਨੂੰ ਲੀਡ ਕੀਤਾ ਸੀ, ਜਿਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਕੁਐਸਚਨ ਵੀ ਕੀਤੇ ਸੀ, ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਰਿਪੋਰਟ ਵੀ ਬੜੀ ਤੇਜ਼ੀ ਨਾਲ ਪੇਸ਼ ਕੀਤੀ ਸੀਗੀ, ਸਮਰੱਥ ਅਧਿਕਾਰੀ ਨੇ। ਪਰ ਇਹਨਾਂ ਦੋਨਾਂ ਅਫਸਰਾਂ ਨੂੰ ਮੈਂ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਮਾਮਲਾ ਪਰਮਿੰਦਰ ਝੋਟੇ ਦਾ ਨਹੀਂ, ਮਾਮਲਾ ਸਿਸਟਮ ਦੇ ਵਿੱਚ ਫੈਲ ਗਏ ਇਸ ਜ਼ਹਿਰ ਦਾ ਹੈ। ਇੱਕ ਪਰਮਿੰਦਰ ਝੋਟੇ ਦਾ ਕੀ ਕਰੋਗੇ? ਉਹ ਗਲਤ ਬੋਲ ਰਿਹਾ, ਉਹ ਗਾਲਾਂ ਕੱਢ ਰਿਹਾ, ਉਹ ਮਾਰ ਰਿਹਾ, ਉਹ ਕਾਨੂੰਨ ਹੱਥ 'ਚ ਲੈ ਰਿਹਾ, ਲੇਕਿਨ ਜਿਹੜੇ ਲੋਕ ਕਾਨੂੰਨ ਹੱਥ 'ਚ ਹੀ ਨਹੀਂ ਲੈ ਰਹੇ, ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਆ, ਉਹਨਾਂ ਦਾ ਕੀ ਕਰੋਗੇ? ਮਾਮਲਾ ਤੇ ਇਹ ਆ ਕਿ ਜਿਸ ਦਿਸ਼ਾ ਨੂੰ ਅਸੀਂ ਅੱਗੇ ਵਧ ਰਹੇ ਹਾਂ ਉਹਦੇ ਵਿੱਚ ਤੁਸੀਂ ਵੀ ਰਹਿ ਰਹੇ ਹੋ, ਤੁਹਾਡੇ ਬੱਚੇ ਵੀ ਰਹਿ ਰਹੇ ਆ, ਭੱਜ ਕੇ ਕਿੱਥੇ ਜਾਓਗੇ? ਅਖੀਰ ਦੇ ਵਿੱਚ ਜੜਾ ਨਾ ਜੋੜਨਾ ਪੈਣਾ। ਪੁਲਿਸ ਅਫਸਰ ਹੋਣ ਜਾਂ ਸਿਆਸਤਦਾਨ ਹੋਣ, ਮੈਂ ਹੋਵਾਂ ਤੁਸੀਂ ਹੋਵੋ, ਅਸੀਂ ਸਾਰੇ ਜੱਦ 'ਚ ਕੋਈ ਬਚ ਨਹੀਂ ਸਕਦਾ। ਇਹ ਵੱਡੇ ਮਾਮਲੇ ਨੂੰ ਵੱਡੇ ਕੈਨਵਸ ਤੇ ਐਡਰੈਸ ਕਰਨਾ ਪੈਣਾ ਸੀ। ਅੱਜ ਮਾਨਸਾ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ, ਉਹ ਪਰਮਿੰਦਰ ਝੋਟੇ ਦੇ ਹੱਕ 'ਚ ਨਹੀਂ ਹੋ ਰਹੇ। ਮੈਂ ਫਿਰ ਕਹਿਣਾ, ਉਹ ਉਸ ਕਲੈਪਸ ਕਰਕੇ ਸਿਸਟਮ ਦੇ ਖਿਲਾਫ ਖੜੇ ਹੋ ਰਹੇ ਜਿਹੜਾ ਨਸ਼ਿਆਂ ਨੂੰ ਠੱਲ ਨਹੀਂ ਪਾ ਸਕਿਆ। ਉਸ ਪੋਲੀਟੀਕਲ ਰਜੀਮ ਦੇ ਜਿਹੜੀ ਲਗਾਤਾਰ ਅਮਰਿੰਦਰ ਦੇ ਰੂਪ 'ਚ ਪੇਸ਼ ਹੁੰਦੀ ਆ, ਬਾਦਲਾਂ ਦੇ ਰੂਪ 'ਚ ਪੇਸ਼ ਹੁੰਦੀ ਆ, ਭਗਵੰਤ ਮਾਨ ਦੇ ਰੂਪ 'ਚ ਪੇਸ਼ ਹੁੰਦੀ ਆ, ਪਰ ਫੇਲ ਹੁੰਦੀ ਆ। ਉਹ ਬਿਊਰੋਕ੍ਰੇਸੀ ਜਿਹੜੀ ਫੇਲ ਹੁੰਦੀ ਆ, ਉਹ ਉਹਦੇ ਖਿਲਾਫ ਖੜੇ ਹੋ ਰਿਹਾ, ਜਿਹੜੀ ਜਾਨ ਮਾਲ ਦੀ ਰਾਖੀ ਨਹੀਂ ਕਰਦੀ, ਜਿਹੜੇ ਪੈਸੇ ਲੈਂਦੀ ਆ, ਟੈਕਸ ਲੈਂਦੀ ਆ, ਇਨ ਰਿਟਰਨ ਸਾਨੂੰ ਸੁਰੱਖਿਆ ਨਹੀਂ ਦੇ ਪਾ ਰਹੀ, ਸਾਫ਼ ਸੁਥਰਾ ਸਿਸਟਮ ਨਹੀਂ ਦੇ ਪਾ ਰਹੀ। ਇੰਦਰਪ੍ਰੀਤ ਜੀ, ਕਿਵੇਂ ਲੈਂਦੇ ਹੋ ਸਾਰੇ ਮਾਮਲੇ ਨੂੰ? ਇਹ ਸਵਾਲ ਉਹ ਨੇ ਜਿਹੜੇ ਅਨਾਰਕੀ ਵੱਲ ਵੱਧਦੇ ਆ, ਜਿਹੜੇ ਕੱਲ ਨੂੰ ਲੋਕ ਬਹੁਤ ਸਾਰੇ ਲੋਕਾਂ ਦੇ ਇਕੱਠਿਆਂ ਕਾਨੂੰਨ ਹੱਥ ਲੈਣ ਵੱਲ ਵੱਧ ਰਿਹਾ। ਜਦੋਂ ਬਹੁਤ ਸਾਰੇ ਲੋਕ ਕਾਨੂੰਨ ਹੱਥ 'ਚ ਲੈਣਗੇ ਉਦੋਂ ਕੀ ਕਹੋਗੇ? ਅਨਾਰਕੀ ਨਹੀਂ ਤੇ ਹੋਰ ਕੀ ਹੋਊਗੀ? ਮੈਂ ਇਹ ਸਵਾਲ ਜਿਹੜੇ ਆ ਮੇਰੇ ਦਿਲ ਦਾ ਦਰਦ ਨੇ, ਸਾਰਿਆਂ ਦਾ ਹੀ ਹੋਣਗੇ। ਰੰਧਾਵਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਆ ਉਹ ਵਾਕਈ ਸਾਰਿਆਂ ਦੇ ਦਿਲ ਦਾ ਦਰਦ ਹੈ, ਔਰ ਗੱਲ ਕਰਦੇ ਹੋਏ ਭਰ ਵੀ ਜਾਂਦਾ ਮਨ ਜਦੋਂ ਅਸੀਂ ਲੋਕ ਇਹ ਚੀਜ਼ਾਂ ਪੜ੍ਹਦੇ ਹਾਂ ਕਿ ਵੱਡਾ ਭਰਾ ਵੀ ਚਲਾ ਗਿਆ, ਛੋਟਾ ਵੀ ਚਲਾ ਗਿਆ, ਤਾਂ ਉਹ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਗੁਰਪ੍ਰੀਤ ਭੁੱਚਰ, ਉਹਦੇ ਦਰਦ ਨੂੰ ਤੁਸੀਂ ਮਹਿਸੂਸ ਕਰਕੇ ਦੇਖੋ ਵੀ ਉਹ ਅੱਜ ਚਾਹੇ ਉਹਨਾਂ ਦੀ ਆਪਣੀ ਪਾਰਟੀ ਦੀ ਸਰਕਾਰ ਹੈ ਜਿਹਨੇ ਪਰਮਿੰਦਰ ਸਿੰਘ ਝੋਟੇ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ, ਪਰ ਉਹ ਝੋਟੇ ਨਾਲ ਖੜਾ ਹੋਇਆ ਨਜ਼ਰ ਆ ਰਿਹਾ ਹੈ। ਕਿਉਂ ਨਜ਼ਰ ਆ ਰਿਹਾ ਹੈ? ਇਸ ਕਰਕੇ ਕਿ ਉਹਨੂੰ ਪਾਰਟੀ ਤੇ ਨਹੀਂ ਫਿਕਰ ਹੈਗਾ ਵੀ ਪਾਰਟੀ ਦੀ ਸਰਕਾਰ ਦਾ ਕੰਮ ਕੀ ਹੈ, ਉਹਨੂੰ ਫਿਕਰ ਹੈ ਕਿ ਜਿਹੜੇ ਲੋਕ ਨੇ ਉਹ ਜੇ ਇਸੇ ਤਰ੍ਹਾਂ ਹੀ ਮਰੀ ਗਏ ਤਾਂ ਫਿਰ ਅਸੀਂ ਜਿਹੜੀ ਕਹਿੰਦੇ ਹੁੰਦੇ ਆ ਵੀ ਅਸੀਂ ਜਿਹੜਾ ਸ਼ਾਸਨ ਕਰਨਾ ਕਿਸ ਦੇ ਉੱਤੇ ਕਰੇ? ਲਾਸ਼ਾਂ ਦੇ ਉੱਤੇ ਤਾਂ ਸ਼ਾਸਨ ਨਹੀਂ ਕੀਤੇ ਜਾ ਸਕਦੇ ਨਾ, ਸ਼ਾਸਨ ਤਾਂ ਲੋਕਾਂ ਦੇ ਉੱਪਰ ਹੀ ਕੀਤਾ ਜਾਣਾ ਹੁੰਦਾ। ਸਰਕਾਰਾਂ ਉਦੋਂ ਹੀ ਵਧੀਆ ਮੰਨੀਆਂ ਜਾਂਦੀਆਂ ਜਦੋਂ ਲੋਕ ਵਧੀਆ ਨੇ। ਸੋ ਮੈਂ ਇਹ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਕਿ ਦੇਖੋ ਅੱਜ ਸਵਾਲ ਪਰਮਿੰਦਰ ਸਿੰਘ ਝੋਟੇ ਦਾ ਨਹੀਂ ਹੈ। ਪਰਮਿੰਦਰ ਸਿੰਘ ਝੋਟਾ ਤਾਂ ਇੱਕ ਵਿਅਕਤੀ ਹੈ, ਉਹ ਕੱਲ ਨੂੰ ਕੋਈ ਹੋਰ ਵੀ ਹੋ ਸਕਦਾ ਹੈ, ਤੁਸੀਂ ਵੀ ਹੋ ਸਕਦੇ ਹੋ, ਮੈਂ ਵੀ ਹੋ ਸਕਦਾ, ਕੋਈ ਵੀ ਹੋਰ ਹੋ ਸਕਦਾ। ਪਰ ਸਵਾਲ ਇਸ ਗੱਲ ਦਾ ਹੈ ਵੀ ਜਦੋਂ ਇੰਦਰਜੀਤ ਵਰਗੇ ਤੁਹਾਡੇ ਇੰਸਪੈਕਟਰ, ਰਾਜਜੀਤ ਵਰਗੇ ਤੁਹਾਡੇ AIG ਲੈਵਲ ਦੇ ਅਫਸਰ, ਹੋਰ ਕਿੰਨੇ ਹੀ ਲੋਕਾਂ ਦੇ ਨਾਂ ਤੁਸੀਂ ਗਿਣ ਸਕਦੇ ਹੋ ਜਿਨ੍ਹਾਂ ਦੇ ਮੋਢਿਆਂ ਤੇ ਭਾਰ ਸੀ ਕਿ ਉਹਨਾਂ ਨੇ ਇਸ ਚੀਜ਼ ਡਰੱਗਸ ਨੂੰ ਠੱਲ ਪਾਣੀ ਹੈ, ਉਹ ਆਪ ਹੀ ਵੇਚਣ ਤੇ ਲੱਗੇ ਪਏ ਨੇ, ਯਾਨੀ ਉਲਟੀ ਬਾੜ ਹੀ ਖੇਤ ਨੂੰ ਖਾ ਰਹੀ ਹੈ। ਤਾਂ ਜਦੋਂ ਇਸ ਕਿਸਮ ਦਾ ਚੀਜ਼ਾਂ ਆ ਜਾਣਗੀਆਂ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਸੁਸਾਇਟੀ ਨੂੰ ਪੂਰਾ ਹੱਕ ਹੈ ਕਿ ਉਹ ਆਪਣੀ ਰੱਖਿਆ ਆਪ ਕਰੇ।
ਉਹਦੇ ਵਿੱਚੋਂ ਪਰਮਿੰਦਰ ਸਿੰਘ ਝੋਟੇ ਵਰਗੇ ਬੰਦੇ ਵੀ ਖੜੇ ਹੋ ਸਕਦੇ ਆ। ਮੈਂ ਪਹਿਲਾਂ ਵੀ ਰੰਧਾਵਾ ਸਾਹਿਬ ਤੁਹਾਡੇ ਨਾਲ ਇੱਕ ਵਾਰੀ ਇਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਬਠਿੰਡੇ ਕੋਲ ਇੱਕ ਪਿੰਡ ਹੈਗਾ ਜਿਹਦੇ 'ਚ ਸਭ ਤੋਂ ਜ਼ਿਆਦਾ ਨਸ਼ਾ ਵਿਕਦਾ, ਔਰ ਉਸ ਪਿੰਡ ਦੇ ਬਹੁਤ ਸਾਰੇ ਜਿਹੜੇ ਯੰਗਸਟਰ ਨੇ ਉਹ ਇਸ ਦਾ ਸ਼ਿਕਾਰ ਹੋ ਕੇ ਮਰ ਗਏ ਆ। ਮੈਂ ਉੱਥੇ ਜਦੋਂ ਸਟੋਰੀ ਕਰਨ ਗਿਆ ਸੀ, ਮੈਨੂੰ ਕਿਸੇ ਨੇ ਕਿਹਾ ਕਿ ਉੱਥੇ ਦੀਆਂ ਲੇਡੀਜ਼ ਉੱਠ ਖੜੀਆਂ ਹੋਈਆਂ ਨੇ, ਉਹਨਾਂ ਨੇ ਡਾਂਗਾਂ ਚੱਕ ਲੀਆਂ ਨੇ ਵੀ ਜਿਹੜਾ ਵੀ ਨਸ਼ਾ ਸਾਡੇ ਪਿੰਡ 'ਚ ਵੇਚੂਗਾ ਅਸੀਂ ਤਾਂ ਉਹਨੂੰ ਕੁੱਟਣਾ ਹੈ। ਮਤਲਬ ਨਾ ਅਸੀਂ ਉਹਨੂੰ ਪੁਲਿਸ ਦੇ ਹਵਾਲੇ ਕਰਨਾ, ਨਾ ਕਾਨੂੰਨ ਦੇ ਹਵਾਲੇ ਕਰਨਾ, ਨਾ ਅਸੀਂ ਥਾਣਿਆਂ 'ਚ ਜਾਣਾ। ਉਸ ਤੋਂ ਬਾਅਦ ਬਸ ਜਿੰਨਾ ਹੋਣਾ ਸੀ ਹੋ ਚੁੱਕਿਆ, ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ। ਕਿਉਂਕਿ ਉਹ ਲੇਡੀ ਜਿਹੜੀ ਸੀ ਉਹਦਾ ਆਪਣਾ ਘਰ ਵਾਲਾ ਵੀ ਮਰ ਗਿਆ, ਉਹਦਾ ਆਪਣਾ ਬੱਚਾ ਵੀ ਮਰ ਗਿਆ, ਉਹਦੇ ਕੋਲੇ ਘਰ ਦੇ ਵਿੱਚ ਜਿਹੜਾ ਜਿਹਨੂੰ ਕਹਿੰਦੇ ਆ ਕਿ ਆਦਮੀ ਨਾਂ ਦਾ ਇੱਕ 3 ਸਾਲ ਦਾ ਪੋਤਰਾ ਸੀ, ਬਸ ਉਸ ਤੋਂ ਇਲਾਵਾ ਉਹਦਾ ਕੋਈ ਨਹੀਂ ਸੀ। ਉਹਨੂੰ ਤਾਂ ਉਹਦੀ ਵੀ ਫਿਕਰ ਹੈ ਕਿ ਕਿਤੇ ਕੱਲ ਨੂੰ ਇਹ ਵੀ ਵੱਡਾ ਹੋ ਕੇ ਜਿਹੜਾ ਇਸੇ ਦਾ ਸ਼ਿਕਾਰ ਨਾ ਬਣ ਜੇ। ਉਹਨੇ ਕਿਹਾ ਕਿ ਮੇਰੇ ਤਾਂ ਸਾਰੇ ਚਲੇ ਗਏ ਆ, ਪਰ ਮੈਂ ਕਿਸੇ ਹੋਰ ਦੇ ਨਹੀਂ ਜਾਣ ਦੇਣੇ। ਇਹ ਵੀ ਇੱਕ ਤਰ੍ਹਾਂ ਦਾ ਮਤਲਬ ਤੁਸੀਂ ਕਹੋ ਕਿ ਸਿਸਟਮ ਨੂੰ ਆਪਣੇ ਹੱਥ 'ਚ ਲੈਣ ਵਾਲੀ ਗੱਲ ਸੀ ਵੀ ਅਸੀਂ ਤਾਂ ਖੁਦ ਹੀ ਕੁੱਟਾਂਗੇ। ਤੇ ਬਹੁਤ ਸਾਰੀਆਂ ਲੇਡੀਜ਼ ਨੇ ਉਹਦਾ ਸਾਥ ਵੀ ਦਿੱਤਾ। ਪੂਰਾ 1 ਸਾਲ ਜਿਹੜਾ ਹੈਗਾ ਉਹ ਉਸ ਪਿੰਡ 'ਚ ਨਸ਼ਾ ਨਹੀਂ ਵਿਕਿਆ। ਪਰ ਮੈਂ ਤੁਹਾਨੂੰ ਕਿਹਾ ਕਿ ਇਹ ਜਿਹੜੀ ਲੌਬੀ ਹੈ ਡਰੱਗਸ ਵੇਚਣ ਵਾਲੀ, ਇਹ ਇੰਨੀ ਸਟਰੋਂਗ ਹੈ ਕਿ ਇਹਨੇ ਸਾਰੇ ਉੱਪਰ ਦੇ ਬੰਦੇ ਵੀ ਖਰੀਦੇ ਹੋਏ ਨੇ ਜਿਹੜੇ ਇਸ ਸਿਸਟਮ ਨੂੰ, ਜਿਨ੍ਹਾਂ ਦੇ ਮੋਢਿਆਂ ਤੇ ਇਸ ਸਿਸਟਮ ਨੂੰ ਠੀਕ ਕਰਨ ਦਾ ਭਾਰ ਹੈ। ਤਾਂ ਉਹ ਲੇਡੀਜ਼ ਨੂੰ ਵੀ ਉਹਨਾਂ ਨੇ ਉਸੇ ਤਰ੍ਹਾਂ ਹੀ ਫਸਾਤਾ ਜਿਵੇਂ ਅੱਜ ਝੋਟੇ ਦੇ ਉੱਤੇ ਇਲਜ਼ਾਮ ਨੇ। ਮੈਨੂੰ ਨਹੀਂ ਪਤਾ ਕਿ ਉਹ ਠੀਕ ਨੇ ਜਾਂ ਗਲਤ ਨੇ, ਕਿ ਉਹ ਪੈਸੇ ਲੈ ਰਿਹਾ ਇਹਨਾਂ ਤੋਂ ਜਾਂ ਉਹ ਉਹਦੇ ਉੱਤੇ ਆਪਣੇ ਉੱਤੇ ਡਰੱਗਸ ਦੇ ਡੋਪ ਟੈਸਟ ਮਤਲਬ ਠੀਕ ਨਹੀਂ ਆਏ ਹੋਏ। ਸੋ ਇਹ ਚੀਜ਼ਾਂ ਚੱਲਣਗੀਆਂ। ਜਦੋਂ ਵੀ ਕੋਈ ਬੰਦਾ ਸਿਸਟਮ ਦੇ ਖਿਲਾਫ ਖੜੂਗਾ ਉਹਦੇ ਹਰਡਲ ਆਣਗੀਆਂ ਹੀ, ਪਰ ਲੋਕ ਜਿਹੜੇ ਨੇ ਉਹ ਉਹਨਾਂ ਲੋਕਾਂ ਨਾਲ ਹੀ ਖੜਨਗੇ ਜਿਹੜੇ ਲੋਕ ਉਹਨਾਂ ਦੇ ਬੱਚਿਆਂ ਨੂੰ ਇਸ ਡਰੱਗਸ ਤੋਂ ਬਚਾ ਰਹੇ ਨੇ। ਤੇ ਅੱਜ ਮਾਨਸਾ ਫਿਰ ਇੱਕ ਵਾਰੀ ਫਿਰ ਮੈਂ ਇਸ ਕਰਕੇ ਕਹਿ ਰਿਹਾ ਕਿ ਹਮੇਸ਼ਾ ਤੋਂ ਹੀ ਮੈਂ ਦੇਖਿਆ ਜਦੋਂ ਵੀ ਕੋਈ ਆਵਾਜ਼ ਉੱਠਦੀ ਹੈ ਤਾਂ ਮਾਨਸਾ ਤੋਂ ਹੀ ਉੱਠਦੀ ਹੈ। ਚਾਹੇ ਉਹ 3 ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀ ਆਵਾਜ਼ ਉੱਠੀ ਸੀ ਉਹ ਵੀ ਮਾਨਸਾ ਤੋਂ ਉੱਠੀ ਸੀ, ਉਹੀ ਲੋਕ ਡਏ ਸੀ ਸਭ ਤੋਂ ਜ਼ਿਆਦਾ। ਅੱਜ ਫਿਰ ਇਸ ਤੋਂ ਪਹਿਲਾਂ ਨਕਸਲਾਈਟ ਮੂਵਮੈਂਟ ਵੀ ਉੱਥੋਂ ਹੀ ਚੱਲੀ ਹੈ। ਸੋ ਮਾਨਸਾ ਪਤਾ ਨਹੀਂ ਕੀ ਇੱਕ ਜ਼ਮੀਨ ਹੀ ਇਹ ਜੀ ਜਰਖੇਜ਼ ਹੈ ਜਿਹੜੀ ਅੰਦੋਲਨ ਖੜੇ ਕਰਦੀ ਹੈ। ਤੇ ਮੈਨੂੰ ਹਲਕੀ ਜੀ ਇੱਕ ਮਤਲਬ ਸਮੈਲ ਆ ਰਹੀ ਹੈ ਉੱਥੋਂ ਕਿ ਇਹ ਇੱਕ ਨਵਾਂ ਅੰਦੋਲਨ ਡਰੱਗਸ ਦੇ ਖਿਲਾਫ ਲੋਕ ਉੱਥੋਂ ਖੜਾ ਕਰਨਗੇ। ਜੀ ਭਾਸਕਰ ਸਾਹਿਬ, ਮੈਂ ਚਾਹੂੰਗਾ ਅਗਲਾ ਵਿਸ਼ਾ ਪੋਲੀਟੀਕਲ ਵਿਸ਼ਾ ਹੈ। ਇੱਕਦਮ ਸਵਿਚ ਔਨ ਆਫ ਕਰਨ ਵਰਗੀ ਸਥਿਤੀ ਹੋ ਜਾਂਦੀ ਹੈ, ਅਜੀਬੋ-ਗਰੀਬ ਮਾਨਸਿਕ ਅਵਸਥਾ ਹੋ ਜਾਂਦੀ ਹੈ। ਅਸੀਂ ਕੋਈ ਬਾਹਰ ਥੋੜੀ ਹੈ, ਆਖਰਕਾਰ ਅਸੀਂ ਵੀ ਸਾਰਿਆਂ ਨੇ ਇਹਨਾਂ ਰਾਹਾਂ ਥਾਣੀ ਲੰਘਣਾ ਹੈ, ਔਰ ਸਾਡੇ ਘਰ ਕੋਈ ਉੱਤੇ ਥੋੜੀ ਹੈ। ਮੰਨ ਲਓ ਕੋਈ ਨਸ਼ੇ ਦੇ ਵਿੱਚ ਗਲਤਾਨ ਬੱਚਾ ਜਿਹਨੂੰ ਪੈਸਿਆਂ ਦੀ ਬਹੁਤ ਲੋੜ ਆ, ਉਹ ਮੇਰੇ ਘਰ ਨੂੰ ਵੀ ਨਿਸ਼ਾਨਾ ਬਣਾ ਸਕਦਾ, ਤੁਹਾਡੇ ਨੂੰ ਵੀ ਬਣਾ ਸਕਦਾ। ਉਹ ਤੁਹਾਡੇ ਬੰਦ ਪਏ ਘਰਾਂ ਨੂੰ, ਜਿਨ੍ਹਾਂ ਨੂੰ ਤੁਸੀਂ ਛੱਡ ਕੇ ਵਿਦੇਸ਼ਾਂ ਨੂੰ ਤੁਰ ਗਏ, ਉਹਨਾਂ ਦੀਆਂ ਵੀ ਟੂਟੀਆਂ ਲਾਹ ਕੇ ਲਿਜਾ ਸਕਦਾ, ਤੁਹਾਡੇ ਨਲਕੇ ਪੁੱਟ ਕੇ ਲਿਜਾ ਸਕਦਾ। ਜਿਹੜੇ IAS IPS ਅਫਸਰ ਨੇ ਉਹਨਾਂ ਦਾ ਵੀ ਕੋਈ ਜਿੱਥੋਂ ਪਤਾ ਪਿੰਡਾਂ ਦਾ ਹੈਗਾ, ਉਹ ਸੁਰੱਖਿਅਤ ਹੈ ਨਹੀਂ ਗਿਆ। ਇਹ ਜ਼ਮੀਨਾਂ ਜਾਇਦਾਦਾਂ ਕਿਤੇ ਹੁਣ ਬਾਹਰ ਬਣਾਉਣੀਆਂ ਪੈਣਗੀਆਂ। ਜੇ ਅਸੀਂ ਬਹੁਤ ਸਾਧਨ ਸਮਰੱਥ ਵੀ ਹੋ ਗਏ ਆ ਤਾਂ ਕਿਹੜਾ ਖਿੱਤਾ ਭਾਲੋਗੇ? ਅਮਰੀਕਾ 'ਚ ਹਰ ਦਿਨ ਗੋਲੀ ਚੱਲਦੀ ਹੈ, ਕੈਨੇਡਾ ਦੇ ਵਿੱਚ ਰੋਜ਼ ਕਿੰਨੇ ਕ੍ਰਾਈਮ ਹੋ ਰਹੇ ਆ, ਕਿੱਥੇ ਭੱਜ ਕੇ ਚਲੇ ਜਾਓਗੇ? ਅਖੀਰ ਦੇ ਵਿੱਚ ਤੁਹਾਨੂੰ ਤੁਹਾਡੀਆਂ ਜੜ੍ਹਾਂ ਨੇ ਹੀ ਸਿੰਜਣਾ ਹੈ ਤੇ ਅਖੀਰ ਦੇ ਵਿੱਚ ਤੁਹਾਨੂੰ ਤੁਹਾਡੀ ਧਰਤੀ ਨੇ ਸਮਾਉਣਾ ਹੈ। ਭਾਵੇਂ ਤੁਸੀਂ ਆਖਰੀ ਸੰਸਕਾਰ ਦੇ ਰੂਪ 'ਚ ਹੋਵੋ ਤੇ ਭਾਵੇਂ ਵਿਆਹ ਸ਼ਾਦੀ ਦੇ ਵਿੱਚ ਜਸ਼ਨ ਮਨਾਉਣ ਆਵੋ, ਇਸ ਧਰਤੀ ਨੂੰ ਬੇਰੰਗ ਹੁੰਦੀ ਵੇਖਣਾ ਔਖਾ ਲੱਗਦਾ ਹੈ। ਜਜ਼ਬਾਤ ਨੇ, ਜਜ਼ਬਾਤ ਇਹ ਤੁਸੀਂ ਕਹਿ ਸਕਦੇ ਹੋ ਨਾਟਕ ਕਰਨੇ ਹੋ। ਨਾਟਕ ਹੀ ਹੈ, ਜ਼ਿੰਦਗੀ ਇੱਕ ਨਾਟਕ ਹੈ। ਆਪਾਂ ਇੱਕ ਵੱਡੇ ਕੈਨਵਸ ਦੇ ਉੱਤੇ ਆ, ਔਰ ਹੋਰ ਕੀ ਆ, ਰੰਗਮੰਚ ਦਾ ਦੂਜਾ ਨਾਮ ਆ। ਸੋ ਰੋਣਾ ਵੀ ਪੈਂਦਾ, ਹੱਸਣਾ ਵੀ ਪੈਂਦਾ, ਪਰ ਅਸੀਂ ਬਹੁਤ ਬੁਰੀ ਦਿਸ਼ਾ ਵੱਲ ਵੱਧ ਰਹੇ ਹਾਂ। ਤੁਸੀਂ ਹਰ ਦਿਨ ਲੰਘਦੇ ਵੜਦੇ ਬਹੁਤ ਥਾਵਾਂ ਤੇ ਚੀਜ਼ਾਂ ਫੇਸ ਕਰ ਰਹੇ ਹੋਵੋਗੇ। ਬਹੁਤ ਸਾਰੇ ਲੋਕਾਂ ਨੇ ਕਿਸੇ ਦੀਆਂ ਵਾਲੀਆਂ ਖੁੱਸ ਗਈਆਂ, ਕਿਸੇ ਦਾ ਸਕੂਟਰ ਚੋਰੀ ਹੋ ਗਿਆ, ਕਿਸੇ ਦਾ ਬਾਈਕ ਚਲੇ ਗਿਆ, ਕਿਸੇ ਦੀ ਕਾਰ ਖੋਲੀ ਗਈ, ਕਿਸੇ ਦੇ ਬੱਚੇ ਖਤਰੇ 'ਚ ਪੈ ਗਏ, ਕਿਸੇ ਤੋਂ ਫਰੌਤੀ ਮੰਗ ਲਈ ਗਈ। ਕੌਣ ਬੰਦਾ ਹੈ ਜਿਹੜਾ ਮਾੜੀ ਮੋਟੀ ਰੋਟੀ ਖਾਂਦਾ ਹੈ ਤੇ ਉਹਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਆ? ਸਰਕਾਰਾਂ ਨੂੰ ਇੱਧਰ ਧਿਆਨ ਦੇਣ ਦੀ ਲੋੜ ਆ। ਪੋਲਿਟਿਕਸ ਬਹੁਤ ਹੋ ਗਈ, ਬਾਅਦ 'ਚ ਕਰ ਲਿਓ। ਪਹਿਲਾਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਵੱਲ ਧਿਆਨ ਦਿਓ। ਭਗਵੰਤ ਮਾਨ ਨੂੰ ਪਤਾ ਹੈ ਕਿ ਕੀ ਹੋ ਰਿਹਾ। ਭਗਵੰਤ ਮਾਨ ਸਭ ਤੋਂ ਬਿਹਤਰ ਵਿਅਕਤੀ ਹੋ ਸਕਦੇ ਆ, ਕਿਉਂਕਿ ਅਜੇ ਸੱਜਰੇ ਉਹ ਪਿੰਡ 'ਚੋਂ ਉੱਠ ਕੇ ਆਏ, ਉਹ ਸੱਜਰੇ ਲੋਕਾਂ 'ਚੋਂ ਆਏ ਨੇ। ਜਿਹੜੇ ਪੋਲੀਟੀਸ਼ੀਅਨ ਕੰਧ ਕਰਕੇ ਦੇਰ ਬੈਠੇ ਨੇ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ, ਬਿਊਰੋਕ੍ਰੇਸੀ ਨੂੰ ਨਾ ਪਤਾ ਹੋਵੇ। ਜਿਹੜੇ ਨਵੇਂ ਆਏ ਆਮ ਆਦਮੀ ਨੇ, ਜਿਹੜੇ ਅਜੇ
ਉਹ ਤੌਰ ਤਰੀਕੇ ਸਿੱਖ ਰਹੇ ਆ ਸੱਤਾਧਾਰੀਆਂ ਵਾਲੇ, ਉਹਨਾਂ ਨੂੰ ਪਤਾ ਹੈ ਉਹ ਜੇ ਅੱਗੇ ਵਧਣਾ ਚਾਹੁੰਦੇ ਆ, ਇੱਕ ਟਰਮ ਹੋਰ ਚਾਹੁੰਦੇ ਆ, ਤਾਂ ਉਹ ਇਹ ਜਿਹੜੀਆਂ ਬੁਨਿਆਦੀ ਸਮੱਸਿਆਵਾਂ ਨੇ, ਜਿਹੜੀਆਂ ਬਹੁਤ ਥੱਲੇ ਦੀਆਂ ਧਰਾਤਲ ਦੀਆਂ ਸਮੱਸਿਆਵਾਂ ਨੂੰ, ਉਹਨਾਂ ਨੂੰ ਐਡਰੈਸ ਕਰਨਾ ਸਿੱਖਣ, ਉਹਦੇ ਨਾਲ ਲੜਨਾ ਨਾ ਸਿੱਖਣ। ਸਰਕਾਰਾਂ ਦੀ ਛਵੀ ਕੁਝ ਨਹੀਂ ਹੁੰਦੀ ਹੈ ਇੱਥੇ, ਬੜੇ ਬੜੇ ਵੱਡੇ ਬੰਦੇ, ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਜਾਓ ਕਲਾਨੌਰ ਜਾ ਕੇ ਦੇਖ ਲਓ, ਅਕਬਰ ਦੀ ਤਾਜਪੋਸ਼ੀ ਹੋਈ ਸੀ, ਬੜਾ ਤਾਮਝਾਮ ਸੀਗਾ, ਉਹ ਵਿਰਾਸਤੀ ਖੇਤਰ ਐਲਾਨਿਆ ਹੋਇਆ, ਲੇਕਿਨ ਪਸ਼ੂ ਉੱਥੇ ਜਾ ਕੇ ਫੋਰਸ ਕਰਦੇ ਨੇ, ਔਰ ਗੰਦੀ ਜਗ੍ਹਾ ਹੋਈ ਪਈ ਹੈ। ਜਦੋਂ ਲੋਕ ਜਾ ਕੇ ਦੇਖੋਗੇ ਕਿ ਬਾਦਸ਼ਾਹਾਂ ਦੇ ਹਸ਼ਰ ਬਾਚੇ ਹੁੰਦੇ ਆ, ਤੁਹਾਨੂੰ ਆਪਣਾ ਹਸ਼ਰ ਵੱਖਰਾ ਨਹੀਂ ਲੱਗੂਗਾ ਭਾਸਕਰ ਸਾਹਿਬ। ਚਲੋ ਬਾਦਸ਼ਾਹਤਾਂ ਦੀ ਗੱਲ ਕਰ ਲਈਏ, ਮਨੀਪੁਰ ਚੱਲ ਰਿਹਾ, ਪਾਰਲੀਮੈਂਟ ਅੱਜ ਵੀ ਸੰਭਾਵਨਾ ਘੱਟ ਚੱਲੂਗੀ, ਪਰ ਮੈਂ ਚਾਹੂੰਗਾ, ਮੈਂ ਮੋਦੀ ਸਾਹਿਬ ਦੀ ਸਟੇਟਮੈਂਟ ਉੱਥੇ ਸੁਣਨਾ ਚਾਹੂੰਗਾ, ਦਿਨੇ ਅਸੀਂ ਵੇਖਦੇ ਰਵਾਂਗੇ। ਪਰ ਜਦੋਂ ਐਨਡੀਏ ਦੀ ਮੀਟਿੰਗ ਹੋ ਰਹੀ ਸੀਗੀ ਤਾਂ ਮੋਦੀ ਸਾਹਿਬ ਬਾਦਲ ਦੇ ਵਾਰਸ ਵਜੋਂ ਸੁਖਦੇਵ ਸਿੰਘ ਢੀਂਡਸਾ ਨੂੰ ਪੇਸ਼ ਕਰ ਰਹੇ ਸੀ। ਅੱਜ ਇੱਕ ਖਬਰ ਛਪਦੀ ਆ, ਉਹਨੂੰ ਬਹਾਨੇ ਨਾਲ ਅਸੀਂ ਇਸ ਚੀਜ਼ ਨੂੰ ਵੀ ਡਿਸਕਸ ਕਰਦੇ ਹਾਂ, ਤਾਂ ਕਾਂਗਰਸੀ ਇਹ ਕਹਿ ਰਹੇ ਅਸੀਂ ਆਮ ਆਦਮੀ ਪਾਰਟੀ ਨਾਲ ਕੋਈ ਚੋਣ ਸਮਝੌਤਾ ਨਹੀਂ ਕਰਨਾ, ਪੰਜਾਬ ਦੇ ਕਾਂਗਰਸੀ ਇਹ ਕਹਿ ਰਹੇ, ਦੋਵਾਂ ਚੀਜ਼ਾਂ ਨੂੰ ਕਲੱਬ ਕਰਕੇ ਤੋਰਦੇ ਆ। ਜਿੱਥੇ ਤੱਕ ਮੋਦੀ ਸਾਹਿਬ ਦੇ ਢੀਂਡਸਾ ਸਾਹਿਬ ਨੂੰ ਉੱਤਰਾਧਿਕਾਰੀ ਯਾਨੀ ਬਾਦਲ ਸਾਹਿਬ ਦੇ ਉੱਤਰਾਧਿਕਾਰੀ ਦੇ ਰੂਪ ਵਿੱਚ ਉਸ ਐਨਡੀਏ ਦੀ ਮੀਟਿੰਗ ਦੇ ਵਿੱਚ ਕਿਹਾ ਜਾਂਦਾ ਹੈ, ਉਹਦੇ ਉੱਤੇ ਪੰਜਾਬ ਦੇ ਵਿੱਚ ਮਾੜਾ ਮੋਟਾ ਜਿਹਾ ਰੋਲਾ ਜ਼ਰੂਰ ਪੈਂਦਾ ਹੈ, ਕਿਉਂਕਿ ਹੁਣ ਉਸ ਮੁੱਦੇ ਦੇ ਉੱਤੇ ਭਾਵੇਂ ਜਾਖੜ ਸਾਹਿਬ ਹੋਣ, ਹਰਜੀਤ ਗਰੇਵਾਲ ਹੋਣ, ਡਾਕਟਰ ਦਲਜੀਤ ਸਿੰਘ ਚੀਮਾ ਹੋਣ ਜਾਂ ਹੋਰ ਅਕਾਲੀ ਆਗੂ, ਉਹ ਉਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਢੀਂਡਸਾ ਸਾਹਿਬ ਦੇ ਨਾਲ ਵੱਡੇ ਬਾਦਲ ਸਾਹਿਬ ਦਾ ਬਹੁਤ ਪਿਆਰ ਸੀਗਾ। ਪਰ ਕਿਸੇ ਕਾਰਨਵਸ਼, ਉਹ ਕਿਹੜਾ ਕਾਰਨ ਹੈ ਸਾਰਿਆਂ ਨੂੰ ਪਤਾ ਹੈ ਕਿ ਢੀਂਡਸਾ ਸਾਹਿਬ ਕਿਉਂ ਅਕਾਲੀ ਦਲ ਤੋਂ ਅਲੱਗ ਹੋਏ, ਜਾਂ ਉਹਨਾਂ ਨੂੰ ਕੱਢਿਆ ਗਿਆ, ਜਾਂ ਉਹਨਾਂ ਨੇ ਅਕਾਲੀ ਦਲ ਛੱਡਿਆ। ਪਰ ਉਹਨਾਂ ਮੁੱਦਿਆਂ ਦੇ ਉੱਤੇ ਇੱਕ ਵਾਰ ਫੇਰ ਬਹਿਸ ਸ਼ੁਰੂ ਹੋ ਗਈ ਹੈ, ਖਾਸ ਕਰਕੇ ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਦਾ ਬੜਾ ਇੱਕ ਇੰਟਰਸਟਿੰਗ ਜਿਹਾ ਬਿਆਨ ਹੈ। ਉਹ ਕਹਿੰਦੇ ਨੇ ਕਿ ਵੀ ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਢੀਂਡਸਾ ਸਾਹਿਬ ਬੜੇ ਸੀਨੀਅਰ ਅਕਾਲੀ ਲੀਡਰ ਨੇ, ਔਰ ਉਹ ਬਾਦਲ ਸਾਹਿਬ ਦੇ ਬੜੇ ਕਲੋਜ਼ ਵੀ ਸੀਗੇ, ਤੇ ਉਹਨਾਂ ਨੂੰ ਉੱਤਰਾਧਿਕਾਰੀ ਅਗਰ ਮੋਦੀ ਸਾਹਿਬ ਨੇ ਦੱਸਿਆ ਤੇ ਉਹਦੀ ਕੋਈ ਵਜ੍ਹਾ ਜੋ ਮਰਜ਼ੀ ਹੋ ਸਕਦੀ ਹੈ, ਪਰ ਫਿਲਹਾਲ ਉਹ ਅਕਾਲੀ ਦਲ ਦਾ ਹਿੱਸਾ ਨਹੀਂ ਹੈਗੇ, ਉਹਨਾਂ ਨੇ ਆਪਣਾ ਵੱਖਰਾ ਅਕਾਲੀ ਦਲ ਬਣਾਇਆ। ਐਨਡੀਏ ਦੇ ਵਿੱਚ ਅਕਾਲੀ ਦਲ ਦੇ ਉੱਤਰਾਧਿਕਾਰੀ ਦੇ ਰੂਪ ਵਿੱਚ ਢੀਂਡਸਾ ਸਾਹਿਬ ਨੂੰ ਪੇਸ਼ ਕਰਕੇ, ਭਾਵੇਂ ਐਨਡੀਏ ਦੀ ਉਸ ਮੀਟਿੰਗ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਅਕਾਲੀ ਦਲ, ਓਰੀਜਨਲ ਅਕਾਲੀ ਦਲ ਸਾਡੇ ਨਾਲ ਹੈ, ਪਰ ਅਸਲ ਵਿੱਚ ਗੱਲ ਅਗਰ ਥੱਲੇ ਕਰਕੇ ਦੇਖੀਏ ਤੇ ਗੱਲ ਕੁਝ ਹੋਰ ਲੱਗਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਮੁੱਦੇ ਦੇ ਉੱਤੇ ਕੁਝ ਤਰੀਕਾ ਜਾਂ ਕੌਣ ਅਕਾਲੀ ਦਲ ਦਾ ਅਸਲੀ ਵਾਰਿਸ ਹੋਏਗਾ, ਇਹਦੇ ਉੱਤੇ ਡਿਬੇਟ ਤੇ ਚੱਲਦੀ ਹੈ, ਪਰ ਜਿਹੜੇ ਵਾਰਿਸ ਹੈਗੇ ਨੇ ਉਹ ਕਿੰਨਾ ਕੁ ਅਕਾਲੀ ਦਲ ਨੂੰ ਅੱਗੇ ਲੈ ਕੇ ਜਾ ਰਹੇ ਨੇ, ਇਹਦੇ ਉੱਤੇ ਹਜੇ ਥੋੜੇ ਸੇ ਡਾਊਟ ਬਣੇ ਹੋਏ ਨੇ। ਦੂਜੀ ਤਰਫ ਗੱਲ ਕਰੀਏ ਕਾਂਗਰਸ ਦੀ, ਕਾਂਗਰਸ ਦੇ ਵਿੱਚ ਸਭ ਨੂੰ ਪਤਾ ਹੈ ਕਿ ਜਦੋਂ ਤੋਂ ਇਹ ਗੱਠਜੋੜ ਆਮ ਆਦਮੀ ਪਾਰਟੀ ਦੇ ਨਾਲ ਹੋਇਆ, ਤਦੋਂ ਤੋਂ ਲੈ ਕੇ ਬਾਜਵਾ ਸਾਹਿਬ ਔਰ ਉਹ तमाम ਅਕਾਲੀ ਪਰੇਸ਼ਾਨ ਨੇ, ਕਿਉਂਕਿ ਵਿਕਰਮ ਸਿੰਘ ਮਜੀਠੀਆ ਜਾਂ ਦੂਜੇ ਵਿਰੋਧੀ ਦਲ ਦੇ ਲੀਡਰ ਉਹ ਮਿਹਣੇ ਮਾਰ ਰਹੇ ਨੇ ਕਿ ਵੀ ਤੁਸੀਂ ਤੇ ਹੁਣ ਸਰਕਾਰੀ ਪਾਰਟੀ ਹੋ ਗਈ, ਗਵਰਨਮੈਂਟ ਪਾਰਟੀ ਹੋ ਗਏ, ਤੁਸੀਂ ਆਪੋਜੀਸ਼ਨ ਪਾਰਟੀ ਤੇ ਹੈ ਹੀ ਨਹੀਂ। ਹੁਣ ਇਸ ਗੱਲ ਨੂੰ ਲੈ ਕੇ ਭਾਵੇਂ ਉਹਨਾਂ ਨੇ ਪੰਜਾਬ ਦੇ ਵਿੱਚ, ਬਾਜਵਾ ਸਾਹਿਬ ਨੇ ਇਹ ਗੱਲ ਸਾਫ਼ ਕਰਤੀ ਕਿ ਸਾਡਾ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਗੱਠਜੋੜ ਨਹੀਂ ਹੈ, ਪਰ ਨਾਲ ਦੇ ਨਾਲ ਕੱਲ ਉਹਨਾਂ ਨੇ ਪਾਰਟੀ ਹਾਈਕਮਾਨ ਨੂੰ ਮਿਲਣ ਵਾਸਤੇ ਦਿੱਲੀ ਦੇ ਵਾਸਤੇ ਆਪਣੀ ਗੱਡੀ ਮੋੜ ਲਈ, ਔਰ ਰਾਜਾ ਵੜਿੰਗ ਉਹਨਾਂ ਵੀ ਕੱਲ ਦੇਰ ਰਾਤ ਤੱਕ ਦਿੱਲੀ ਪਹੁੰਚ ਚੁੱਕੇ ਹੋਣਗੇ। ਅੱਜ ਗੱਲਬਾਤ ਹੋਏਗੀ, ਸਾਨੂੰ ਦੱਸੋ ਕੇਂਦਰ ਦੇ ਵਿੱਚ ਹੀ ਇਹ ਅਲਾਈਅੰਸ ਹੈ ਕਿ ਪੰਜਾਬ ਦੇ ਵਿੱਚ ਸਾਨੂੰ ਮਿਹਣੇ ਸੁਣਨੇ ਪੈ ਰਹੇ ਲੋਕਾਂ ਦੇ ਲੀਡਰਾਂ ਦੇ, ਉਸ ਮੁੱਦੇ ਦੇ ਉੱਤੇ ਕੋਈ ਸਾਫ਼ ਸਫਾਈ ਲੈ ਕੇ ਜਾਂ ਕੋਈ ਜਵਾਬ ਕਲੀਅਰ ਸਟੈਂਡ ਲੈ ਕੇ ਉਹ ਦਿੱਲੀ ਤੋਂ ਵਾਪਸ ਆਣਗੇ। ਇੰਦਰਪ੍ਰੀਤ ਜੀ, ਇਹ ਦੋਵੇਂ ਮਾਮਲੇ ਬਹੁਤ ਅਹਿਮ ਇਸ ਕਰਕੇ ਨੇ ਕਿ ਇਹ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ, ਤੇ ਇਹਨਾਂ ਨੇ ਅੱਗੇ ਜਾ ਕੇ ਇਹਨੂੰ ਪ੍ਰਭਾਸ਼ਿਤ ਵੀ ਕਰਨਾ ਹੈ ਜਦੋਂ ਗਹਿ ਕੱਚ ਲੜਾਈਆਂ ਹੋਣਗੀਆਂ। ਤੇ ਜਦੋਂ ਮੋਦੀ ਸਾਹਿਬ ਢੀਂਡਸਾ ਨੂੰ ਅੱਗੇ ਵਧਾ ਰਹੇ ਨੇ, ਢੀਂਡਸਾ ਕੋਲ ਬਹੁਤ ਵੱਡਾ ਆਧਾਰ ਹੈ ਨਹੀਂਗਾ ਪੰਜਾਬ 'ਚ, ਸਭ ਨੂੰ ਪਤਾ ਹੈ, ਔਰ ਢੀਂਡਸਾ ਇੱਕ ਖਾਸ ਖਿੱਤੇ ਤੱਕ ਹੀ ਸੀਮਤ ਨੇ। ਉਹਨਾਂ ਨੇ ਪਿੱਛੇ ਬਹੁਤ ਯਤਨ ਕੀਤਾ ਵੀ ਨਹੀਂ ਤੇ ਲੋਕਾਂ ਦੀ ਪ੍ਰਵਾਨਗੀ ਮਿਲੀ ਵੀ ਨਹੀਂ, ਕਿਉਂਕਿ ਰਵਾਇਤੀ ਪੋਲਿਟਿਕਸ ਸਾਰੀ ਦੀ ਸਾਰੀ ਸਾਈਡਲਾਈਨ ਹੋਈ ਪਈ ਆ। ਟੋਟਲ ਪੋਲਿਟਿਕਸ ਜਿਹੜੀ ਰੱਦ ਹੋਈ ਪਈ ਆ 2022 ਦੀ ਇਲੈਕਸ਼ਨ ਤੋਂ ਬਾਅਦ, ਤੇ ਢੀਂਡਸਾ ਸਾਹਿਬ ਨੂੰ ਸਮਰਥਨ ਮਿਲਣਾ ਵੀ ਕਿੱਥੋਂ ਸੀਗਾ। ਸੋ ਮੈਂ ਇਸ ਮਾਮਲੇ ਨੂੰ ਤੁਹਾਡੇ ਕੋਲੋਂ ਸਮਝਣਾ ਚਾਹੁੰਦਾ ਹੈ, ਇਹ ਦੋਵੇਂ ਮਾਮਲਿਆਂ ਨੂੰ ਤੁਸੀਂ ਇਹਨੂੰ ਕਿਵੇਂ ਲੈ ਰਹੇ ਹੋ? ਰਜ਼ਾ, ਮੈਨੂੰ ਲੱਗਦਾ ਕਿ ਜਿਹੜਾ ਮੋਦੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈਗੀ ਹੈ, ਉਹ ਸਪੋਰਟ ਸਿਰਫ ਅਕਾਲੀ ਦਲ 'ਚ ਸੇਂਧ ਮਾਰਨ ਵਾਸਤੇ ਕੀਤੀ ਹੈ। ਬਹੁਤ ਸਾਰੀ ਆਪਾਂ ਪਹਿਲਾਂ ਵੀ ਇਹ ਡਿਸਕਸ ਕੀਤਾ ਸੀਗਾ ਕਿ ਜਿਹੜਾ ਸੁਖਦੇਵ ਸਿੰਘ ਢੀਂਡਸਾ ਨੇ ਬਿਆਨ ਦਿੱਤਾ ਹੈਗਾ ਕਿ ਬਹੁਤ ਸਾਰੇ ਅਕਾਲੀ ਨੇਤਾ ਜਿਹੜੇ ਹੈਗੇ ਉਹ ਬੀਜੇਪੀ 'ਚ ਜਾਂ ਕਿਸੇ ਹੋਰ ਪਾਰਟੀ 'ਚ ਜਾਣਾ ਚਾਹੁੰਦੇ ਹੈ, ਇਸ ਕਰਕੇ ਸੁਖਬੀਰ ਬਾਦਲ ਜਿਹੜੇ ਹੈਗੇ ਆ ਉਹ ਬਾਰ-ਬਾਰ ਅਕਾਲੀ ਦਲ ਨਾਲ ਭਾਜਪਾ ਨਾਲ ਰਿਸ਼ਤਾ ਜੋੜਨ ਦੀ ਦੁਬਾਰਾ ਗੱਲ ਕਰ ਰਹੇ ਆ। ਅਸਲ ਦੇ ਵਿੱਚ ਇਹ ਹੈ ਹੀ ਨਹੀਂ। ਤੇ ਇਹ ਜਿਹੜੀ ਗੱਲ ਹੁਣ ਹੋਈ ਹੈ, ਇਹ ਮੈਨੂੰ ਲੱਗਦਾ ਕਿ ਉਹਦਾ ਹੀ ਇੱਕ ਵਧਿਆ ਹੋਇਆ ਰੂਪ ਹੈ। ਇਹ ਹੁਣ ਪਰ ਦੂਸਰੀ ਸਾਈਡ ਤੋਂ ਹੋਈ ਹੈ, ਯਾਨੀ ਕਿ ਭਾਜਪਾ ਨੂੰ ਅਕਾਲੀ ਦਲ ਦੀ ਜ਼ਰੂਰਤ ਹੈ,
ਪਰ ਉਹ ਸੁਖਬੀਰ ਬਾਦਲ ਤੋਂ ਬਿਨਾਂ ਵਾਲੇ ਅਕਾਲੀ ਦਲ ਦੀ ਜ਼ਰੂਰਤ ਹੈ। ਉਹ ਸੁਖਬੀਰ ਬਾਦਲ ਨੂੰ ਐਜ਼ ਪ੍ਰੈਜ਼ੀਡੈਂਟ ਦੇ ਰੂਪ ਚ ਸਵੀਕਾਰ ਨਹੀਂ ਕਰਨਾ ਚਾਹੁੰਦੇ ਜਾਂ ਆਪਣੇ ਨਾਲ ਨਹੀਂ ਜੋੜਨਾ ਚਾਹੁੰਦੇ। ਉਹ ਇਹੋ ਜਿਹੇ ਅਕਾਲੀ ਦਲ ਨੂੰ ਜੋੜਨਾ ਚਾਹੁੰਦੇ ਜਿਹੜਾ ਸੁਖਬੀਰ ਤੋਂ ਬਗੈਰ ਹੋਵੇ, ਤਾਂ ਚਾਹੇ ਤਾਂ ਉਹੀ ਅਕਾਲੀ ਦਲ ਆ ਜੇ, ਪਰ ਜੇ ਕਿਉਂਕਿ ਉਹ ਅਕਾਲੀ ਦਲ ਤਾਂ ਨਹੀਂ ਆ ਸਕਦਾ, ਉਹਨੂੰ ਸੁਖਬੀਰ ਬਾਦਲ ਤਾਂ ਲੀਡ ਹੀ ਕਰਨਗੇ, ਤਾਂ ਫਿਰ ਕੀ ਅਕਾਲੀ ਦਲ ਦੇ ਬਾਕੀ ਲੀਡਰ ਜਿਹੜੇ ਹੈਗੇ ਆ ਉਹ ਆਪਾਂ ਸੁਖਦੇਵ ਸਿੰਘ ਢੀਂਡਸਾ ਨਾਲ ਜੋੜ ਲਈਏ ਜਾਂ ਬੀਜੇਪੀ ਚ ਲਿਆਈਏ। ਇਸ ਤਰ੍ਹਾਂ ਦੀ ਇੱਕ ਕਵਾਇਦ ਦੇ ਰੂਪ ਚ ਮੈਂ ਮੋਦੀ ਸਾਹਿਬ ਦੇ ਇਸ ਬਿਆਨ ਨੂੰ ਦੇਖ ਰਿਹਾ। ਜਿਹੜੀ ਗੱਲ ਭਾਸਕਰ ਸਾਹਿਬ ਨੇ ਕੀਤੀ ਹੈ ਕਾਂਗਰਸ ਲੀਡਰ ਦੀ, ਕਾਂਗਰਸ ਲੀਡਰ ਦੀ ਲੀਡਰਸ਼ਿਪ ਦੀ, ਦੇਖੋ ਇਹ ਬਹੁਤ ਵੱਡੀ ਦਿੱਕਤ ਹੁਣ ਆ ਗਈ ਹੈ। ਲੋਕ ਬਹੁਤ ਮਿਹਣੇ ਮਾਰਨ ਲੱਗ ਗਏ ਆ ਉਹਨੂੰ। ਜਿਹੜੇ ਮੈਂ ਕੱਲ ਵੀ ਇਹ ਗੱਲ ਕਰ ਰਿਹਾ ਸੀ ਵੀ ਜਦੋਂ ਅਸੀਂ ਕੱਲ ਕਾਂਗਰਸ ਭਵਨ ਚ ਪਰਸੋਂ ਗਏ ਸੀਗੇ ਤਾਂ ਉੱਥੇ ਇਹ ਗੱਲ ਬਹੁਤ ਸਧਾਰਨ ਲੀਡਰ ਵੀ ਗੱਲ ਕਰ ਰਹੇ ਸੀ, ਉਹ ਜਿਨ੍ਹਾਂ ਨੇ ਜਿਹੜੇ ਟਿਕਟਾਂ ਦੀ ਦੌੜ ਚ ਵੀ ਹੈ ਨਹੀਂਗੇ, ਉਹ ਵੀ ਇਹ ਗੱਲ ਕਰ ਰਹੇ ਸੀ ਵੀ ਯਾਰ ਪਾਰਟੀ ਦਾ ਬਹੁਤ ਬੁਰਾ ਹਾਲ ਹੋ ਜਾਏਗਾ। ਪਰ ਕਿਉਂਕਿ ਮੈਂ ਦੇਖਦਾ ਸੀਗਾ ਕਿ ਇਹ ਉਹ ਲੀਡਰ ਨੇ ਜਿਹੜੇ ਟਕਸਾਲੀ ਕਾਂਗਰਸੀ ਜਿਹਨੂੰ ਆਪਾਂ ਕਹਿੰਦੇ ਆ, ਉਹ ਨੇ ਜਿਹੜੇ ਦਰੀਆਂ ਝਾੜਨ ਵਾਲੇ ਲੀਡਰ ਨੇ, ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਕਿ ਕੌਣ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ, ਜਿਨ੍ਹਾਂ ਨੂੰ ਸਿਰਫ ਔਰ ਸਿਰਫ ਆਪਣੀ ਪਾਰਟੀ ਨਾਲ ਮਤਲਬ ਹੈ। ਉਹ ਇਹ ਸੋਚ ਰੱਖਦੇ ਹੈ ਵੀ ਜਿਹੜੀ ਕਾਂਗਰਸ ਨੇ ਦੀ ਜਿਹੜੀ ਹਾਈ ਕਮਾਂਡ ਹੈ, ਉਹਨੇ ਜਿਹੜੀ ਇਹ ਇੱਕ ਫੈਸਲਾ ਲਿੱਤਾ ਹੈ ਬੈਂਗਲੌਰ ਦੇ ਵਿੱਚ ਕਿ ਅਸੀਂ ਇੱਕ ਵੱਡਾ ਗਠਜੋੜ ਬਣਾਉਣਾ ਹੈ ਐਨਡੀਏ ਦੇ ਖਿਲਾਫ ਇੰਡੀਆ ਦੇ ਰੂਪ ਚ, ਉਹਦੇ ਚ ਆਮ ਆਦਮੀ ਪਾਰਟੀ ਵੀ ਹੈ। ਤੇ ਆਮ ਆਦਮੀ ਪਾਰਟੀ ਦੇ ਹੁੰਦਿਆਂ ਅਸੀਂ ਇੱਥੇ ਸਟੇਟ ਦੇ ਵਿੱਚ ਫਿਰ ਪੋਲਿਟਿਕਸ ਕਿੱਦਾਂ ਕਰਾਂਗੇ, ਇਹ ਉਹਨਾਂ ਲਈ ਇੱਕ ਸਿਰਦਰਦੀ ਹੈ ਹੀ ਹੈ। ਜਿਹਨੂੰ ਮੈਨੂੰ ਇਹ ਲੱਗ ਰਿਹਾ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਹੈ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ, ਰਾਜਾ ਵੜਿੰਗ ਹੋਣ ਜਾਂ ਹੋਰ ਸੀਨੀਅਰ ਲੀਡਰਸ਼ਿਪ, ਉਹ ਸਮਝ ਰਹੀ ਹੈ ਔਰ ਉਹਨਾਂ ਦੀ ਇਸ ਭਾਵਨਾ ਨੂੰ ਹੀ ਲੈ ਕੇ ਜਿਹੜੇ ਹੈਗੇ ਆ ਉਹ ਅੱਜ ਖੜਗੇ ਸਾਹਿਬ ਨੂੰ ਮਿਲਣਗੇ। ਹਾਲਾਂਕਿ ਇਹਨਾਂ ਨੂੰ ਟਾਈਮ ਅਜੇ ਨਹੀਂ ਮਿਲਿਆ, ਪਰ ਕੱਲ ਹੀ ਬਾਜਵਾ ਸਾਹਿਬ ਨੇ ਬਹੁਤ ਕਲੈਰਿਟੀ ਨਾਲ ਕਹਿਤਾ ਸੀਗਾ ਵੀ ਟਾਈਮ ਮਿਲੇ ਨਾ ਮਿਲੇ ਉਹ ਸਿੱਧੇ ਤੌਰ ਤੇ ਜਾਣਗੇ ਤੇ ਆਪਣੀ ਗੱਲ ਰੱਖਣਗੇ ਮਲਕਰ ਖੜਗੇ ਕੋਲ। ਇਹ ਕਿਉਂਕਿ ਕਲੈਰਿਟੀ ਤਾਂ ਕਰਨੀ ਪਏਗੀ ਨਾ, ਤੇ ਜੇ ਅਗਲੇ ਟਾਈਮ ਨਹੀਂ ਦੇ ਰਹੇ ਫਿਰ ਵੀ ਜਾ ਕੇ ਉੱਥੇ ਕਿਸੇ ਦਾ ਦਫ਼ਤਰ ਚ ਬਹਿ ਕੇ ਅਗਲਿਆਂ ਨੂੰ ਪਤਾ ਤੇ ਹੋਊ ਨਾ ਬਾਹਰ ਆਏ ਨੇ। ਹੁਣ ਕੋਈ ਸੱਦਾ ਥੋੜੀ ਕਿਸੇ ਨੂੰ ਭੇਜਦਾ ਹੁੰਦਾ, ਤੇ ਜੇਕਰ ਇੱਥੇ ਮੁਸੀਬਤ ਆ। ਹੁਣ ਸਵਾਲ ਇਸ ਗੱਲ ਦਾ ਵੀ ਹੈ ਕਿ ਜਿਹੜਾ ਇੰਦਰਪ੍ਰੀਤ ਜੀ ਨੇ ਮਾਮਲਾ ਉਠਾਇਆ ਕਿ ਬੀਜੇਪੀ ਸ਼ਾਇਦ ਜਿਹੜੇ ਅਕਾਲੀ ਦਲ ਦੇ ਵਿੱਚ ਲੀਡਰ ਆ ਉਹਨਾਂ ਨੂੰ ਢੀਂਡਸਾ ਨਾਲ ਜਾਂ ਆਪਣੇ ਵਿੱਚ ਸ਼ਾਮਲ ਕਰਨਾ ਚਾਹਵੇ। ਮੈਂ ਜਿਹੜੀ ਬੀਜੇਪੀ ਦੀ ਅੰਦਰਲੀ ਪੁਖਤਗੀ ਨਾਲ ਨਿਕਲੀ ਖਬਰ ਆ ਉਹਦਾ ਜ਼ਿਕਰ ਜ਼ਰੂਰ ਕਰ ਦਊਂਗਾ। ਜਿਹੜੀ ਬੀਜੇਪੀ ਤੇ ਵੱਡੇ ਘੇਰਿਆਂ ਚੋਂ ਨਿਕਲ ਕੇ ਆਉਂਦੀ ਹੈ ਕਿ ਉਹ ਅਕਾਲੀ ਆਗੂਆਂ ਨੂੰ ਬੀਜੇਪੀ 'ਚ ਸ਼ਾਮਲ ਕਰਾ ਕੇ ਖੁਸ਼ ਨਹੀਂ ਨੇ। ਉਹਨਾਂ ਕੋਲ ਤਾਂ ਕਾਂਗਰਸ ਹੀ ਬਥੇਰੀ ਹੈ ਇਸ ਕੰਮ ਲਈ, ਤੇ ਉਹ ਸਮਝਦੇ ਨੇ ਕਿ ਸਾਨੂੰ ਪੰਜਾਬ ਦੇ ਵਿੱਚ ਸਿੱਖ ਫੇਸ ਪਾਰਟੀ ਉਹ ਚਾਹੀਦੀ ਹੈ ਤਾਂ ਕਿ ਘੱਟੋ ਘੱਟ ਅਸੀਂ ਉਹਦੇ ਨਾਲ 50% ਜਾਂ ਉਹਨੂੰ 50% ਨਾਲੋਂ 51% ਸੀਟਾਂ ਵੀ ਦੇ ਕੇ ਇਸ ਖਿੱਤੇ ਦੀ ਬਹੁਗਿਣਤੀ ਸਿੱਖ ਬਹੁਗਿਣਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਦੱਸਣ ਤੇ ਅਸੀਂ ਉਹਨਾਂ ਦੇ ਨਾਲ ਜਾਈਏ, ਤਾਂ ਫਿਰ ਸਾਡੀ ਜਿਹੜੀ ਸਕਸੈਸ ਆ, ਚੁਣਾਵੀ ਸਫਲਤਾ ਹੈ, ਉਹ ਯਕੀਨੀ ਬਣ ਸਕਦੀ ਹੈ। ਮੇਰੇ ਖਿਆਲ ਸਮਾਂ ਬਹੁਤ ਹੋ ਗਿਆ। ਭਾਸਕਰ ਸਾਹਿਬ ਕੋਈ ਗੱਲ ਕਹਿਣਾ ਚਾਹ ਰਹੇ ਸੀ? ਨਹੀਂ, ਬਿਲਕੁਲ ਖੜਗੇ ਸਾਹਿਬ ਕੋਲ ਗਏ ਨੇ, ਜਿਸ ਤਰ੍ਹਾਂ ਬਾਜਵਾ ਸਾਹਿਬ ਅਸੀਂ ਖਬਰਾਂ ਵੀ ਪੜ੍ਹੀ ਹੈ ਔਰ ਸੁਣੀ ਵੀ ਹੈ। ਖੜਗੇ ਸਾਹਿਬ ਨੂੰ ਪੁੱਛਣਗੇ ਕਿ ਖੜਗੇ ਸਾਹਿਬ ਅਸੀਂ ਕਿੱਥੇ ਖੜੀਏ, ਜਿੱਥੇ ਅਸੀਂ ਖੜਾਂਗੇ ਤੁਸੀਂ ਉੱਥੇ ਖੜੋਗੇ ਕਿ ਨਹੀਂ ਖੜੋਗੇ। ਯਾਨੀ ਇਹ ਸਾਰਾ ਹੀ ਕਨਫਿਊਜ਼ਨ, ਕਿਉਂਕਿ ਪੰਜਾਬ ਦੇ ਵਿੱਚ ਹੋਏਗਾ ਕਿ ਅੱਜ ਰਾਜਨੀਤਿਕ ਲੋਕਾਂ ਨੂੰ ਤੁਸੀਂ ਗੱਲ ਕਰਕੇ ਦੇਖ ਲਓ, ਕਹਿੰਦੇ ਜੀ 6 ਤੇ ਹੁਣ ਲੜੇਗੀ ਕਾਂਗਰਸ ਤੇ 7 ਤੇ ਲੜੇਗੀ ਆਮ ਆਦਮੀ ਪਾਰਟੀ। ਯਾਨੀ 13 ਵਿੱਚੋਂ 6-7 ਦੀ ਵੰਡ ਵੀ ਲੋਕ ਕਰਕੇ ਬੈਠੇ ਹੋਏ ਨੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਗਵੰਤ ਮਾਨ ਹੋਣਾ ਹੁਣ ਭਾਰਤ ਭੂਸ਼ਣ ਆਸ਼ੂ ਦੀ ਸਪੋਰਟ ਦੇ ਵਿੱਚ ਕੋਈ ਭਾਸ਼ਣ ਦੇ ਰਹੇ ਹੋਣਗੇ ਪੋਲਿਟਿਕਸ ਦੇ ਵਿੱਚ, ਜਾਂ ਕਿਸੇ ਹੋਰ ਇਸ ਤਰ੍ਹਾਂ ਦੇ ਲੀਡਰ ਦੇ ਜਿਹਦੇ ਖਿਲਾਫ ਵਿਜੀਲੈਂਸ ਬਿਊਰੋ ਦੀ ਤੁਸੀਂ ਇਨਕੁਆਇਰੀ ਖੋਲੀ ਹੋਈ ਹੈ, ਉਹ ਅਗਰ ਕਾਂਗਰਸ ਕੈਂਡੀਡੇਟ ਬਣਾ ਲੈਂਦੀ ਹੈ ਤੇ ਉਹਦੇ ਪੱਖ ਵਿੱਚ ਹੁਣ ਕੇਜਰੀਵਾਲ ਹੋਣਾ ਆਉਣਗੇ। ਇਹ ਸਾਰੀ ਕਨਫਿਊਜ਼ਨ ਬੜੀ ਜ਼ਬਰਦਸਤ ਹੈਗੀ ਹੈ। ਇਹ ਬਾਜਵਾ ਸਾਹਿਬ ਦੀ ਇੱਛਾ ਨਹੀਂ, ਮਜਬੂਰੀ ਵੀ ਹੈਗੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਬਿਲਕੁਲ ਜੁੜ ਕੇ ਖੜੇ ਹੋਣਗੇ ਤੇ ਬੜੀ ਬੇਇੱਜ਼ਤੀ ਜੀ ਹੋਏਗੀ, ਲੋਕ ਦੋਨਾਂ ਨੂੰ ਰਿਜੈਕਟ ਨਾ ਕਰ ਦੇਣ। ਇਹ ਸਾਰੀ ਲੜਾਈ ਨੂੰ ਲੜਾਈ ਬਣਾ ਕੇ ਰੱਖਣ ਵਾਸਤੇ ਇਹ ਇੱਕ ਮਜਬੂਰੀ ਹੈ। ਉਸ ਮਜਬੂਰੀ ਦੇ ਵਿੱਚ ਖੜਗੇ ਸਾਹਿਬ ਨੂੰ ਖੜਨ ਦੀ ਇੱਕ ਤਰੀਕੇ ਨਾਲ ਗੁਹਾਰ ਲਾਉਣ ਵਾਸਤੇ ਉਹ ਦਿੱਲੀ ਪਹੁੰਚੇ ਨੇ। ਭਾਵੇਂ ਖੜਗੇ ਸਾਹਿਬ ਮਿਲਣ ਨਾ ਮਿਲਣ, ਉਹ ਘਰ ਦੇ ਬਾਹਰ ਬੈਠੇ ਰਹਿਣਗੇ ਔਰ ਬਾਹਰ ਬੈਠ ਕੇ ਜਦ ਤੱਕ ਖੜਗੇ ਸਾਹਿਬ ਦਾ ਇਹ ਹੁਕਮ ਨਹੀਂ ਆਏਗਾ ਕਿ ਬੇਟਾ ਆਓ ਮਿਲੋ ਤੇ ਅੱਗੇ ਅਸੀਂ ਗੱਲ ਕਰਦੇ ਹਾਂ, ਤਦ ਤੱਕ ਇਹ ਗੱਲ ਬਣਨੀ ਨਹੀਂ। ਭਾਸਕਰ ਸਾਹਿਬ ਦਾ ਤੇ ਉਹ ਹਾਲ ਹੈ ਨਾ, ਜਿੱਦਾਂ ਕਹਿੰਦੇ ਹੁੰਦੇ ਵੀ ਖੜਕ ਸਿੰਘ ਕੇ ਖੜਕਣੇ ਸੇ ਖੜਕਤੀ ਹੈ ਖਿੜਕੀਆਂ, ਖਿੜਕੀਆਂ ਕੇ ਖੜਕਣੇ ਸੇ ਖੜਕਤਾ ਹੈ ਖੜਕ ਸਿੰਘ। ਇਹ ਖੜਗੇ ਤੇ ਖੜੇ ਹੋਣਾ ਤੇ ਖੜੇ ਹੁੰਦੇ ਕਿ ਖੜਗੇ ਸਾਹਿਬ, ਇਹ ਉੱਥੇ ਲਿਆ ਕੇ ਇਹਨਾਂ ਨੇ ਕਵਿਤਾ ਜੋੜਤੀ ਹੈ। ਵੈਸੇ ਖੜਗੇ ਸਾਹਿਬ ਦਾ ਬਹੁਤ ਸਤਿਕਾਰ ਹੈ,
ਖੜਗੇ ਸਾਹਿਬ ਫੈਸਲਾ ਕੁਨ ਹੈਗੇ ਵੀ ਨੇ ਕਿ ਨਹੀਂ? ਬਾਜਵਾ ਸਾਹਿਬ ਕਿਤੇ ਉਰੇ ਹੀ ਮਾੜੀ ਮੋਟੀ ਆਪਣੀ ਰੋਸਾ ਜਾਂ ਜ਼ਾਹਰ ਕਰਕੇ ਨਾ ਆ ਜਾਓ। ਗਾਂਧੀ ਪਰਿਵਾਰ ਨੇ ਫੈਸਲੇ ਲੈਣੇ ਆ, ਤੁਹਾਨੂੰ ਤਾਂ ਜ਼ਿਆਦਾ ਬਿਹਤਰ ਅੰਦਾਜ਼ੇ ਨੇ। ਐਵੇਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਘੁੱਟਾ ਪਾ ਕੇ ਵੀ ਅਸੀਂ ਕਹੇ ਆਪਣੀ ਗੱਲ ਤੇ ਫਿਰ 4 ਦਿਨ ਰਾਜਨੀਤੀ ਚਮਕਾ ਲਓ। ਤੁਹਾਡਾ ਮਤਲਬ ਹੈ ਕਿ ਫੈਸਲਾ ਜਦੋਂ ਹੋਣਾ 24 ਤੋਂ ਪਹਿਲਾਂ, ਉਦੋਂ ਤੱਕ ਤੇ ਸਾਨੂੰ ਆਜ਼ਾਦੀ ਨਾਲ ਸਰਕਾਰ ਦਾ ਵਿਰੋਧ ਕਰ ਲੈਣ ਦਿਓ, ਲੋਕਾਂ ਦੇ ਵਿੱਚ ਸਾਡੀ ਇੱਜ਼ਤ ਬਹਾਲ ਰਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।